ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਪੁਸਤਕ ਹੈ ਸੂਰਜ ਦੀ ਦਸਤਕ। ਪਹਿਲਾ ਲੇਖ ਹੈ ਚਾਨਣ ਚਾਨਣ ਫਿਰਾਂ ਟੁੰਡੇਂਦੀ। ਗਿਆਨ ਇੱਕ ਚਾਨਣ, ਚੌਗਿਰਦੇ ਨੂੰ ਸਮਝਣ ਦਾ ਸਬੱਬ, ਜੀਵਨ ਦੇ ਗੁੱਝੇ ਭੇਤਾਂ ਦੀ ਜਾਣਕਾਰੀ, ਕੁਦਰਤ ਦੀਆਂ ਅਸੀਮ ਪਰਤਾਂ ਦਾ ਖੁਲਾਸਾ, ਅੰਬਰ ਤੇ ਅੰਬਰੀ ਪਰਿਵਾਰ ਦੀ ਬਣਤਰ, ਤਾਸੀਰ ਤੇ ਹੋਂਦ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਦਾ ਉਪਾਅ। ਜਦ ਗਿਆਨ ਕਿਸੇ ਮਸਤਕ ਦਾ ਨਸੀਬ ਬਣਦਾ ਏ ਤਾਂ ਸੋਚਾਂ ਵਿੱਚ ਉਜਿਆਰਾ ਹੁੰਦਾ। ਚਾਨਣ ਚਾਨਣ ਹੋਈਆਂ ਰਾਹਾਂ 'ਚ ਕਦਮਾਂ ਨੂੰ ਮੰਜ਼ਿਲਾਂ ਦੀ ਪੈੜ ਨਸੀਬ ਹੁੰਦੀ। ਮੰਜ਼ਿਲ ਨਜ਼ਰ ਆਉਂਦੀ ਤੇ ਉਹਦੇ ਪਹੁੰਚਣ ਦੀਆਂ ਤਰਕੀਬਾਂ ਮਨ ਦੀ ਬੀਹੀ 'ਚ ਫੇਰਾ ਪਾਉਂਦੀਆਂ। ਜਦ ਵੀ ਹਨੇਰ ਨੇ ਚਾਨਣ ਨੂੰ ਨਿਗਲਣ ਦਾ ਯਤਨ ਕੀਤਾ ਤਾਂ ਹਨੇਰਾ ਆਪਣੀ ਇਸ ਨਿਰਮੂਲ ਕੋਸ਼ਿਸ਼ ਤੇ ਪਛਤਾਵੇ ਤੋਂ ਬਗੈਰ ਕੁਝ ਵੀ ਨਾ ਪ੍ਰਾਪਤ ਕਰ ਸਕਿਆ। ਚਾਨਣ ਕਦੇ ਨਹੀਂ ਮਰਦੇ। ਸੂਰਜ ਸਦੀਵੀ ਏ ਤੇ ਤਾਰਿਆਂ ਦੀ ਕਹਿਕਸ਼ਾਂ ਹਰ ਵਕਤ ਦਾ ਨਸੀਬ। ਚਾਨਣ ਦੀ ਇੱਕ ਵੀ ਕਾਤਰ ਅੰਧਕਾਰ ਦੀ ਵੱਖੀ 'ਚ ਚੀਰ ਪਾਉਣ ਦੇ ਸਮਰੱਥ। ਕਦੇ ਇਹਨੂੰ ਨਿਤਾਣੀ ਜਾਂ ਨਿਮਾਣੀ ਨਾ ਸਮਝਣਾ। ਕਦੇ ਕਦੇ ਵਕਤ ਦੇ ਵਿਹੜੇ ਹਨੇਰ ਹੌਕਾ ਬੀਜ ਦਿੰਦਾ। ਖਿੜੇ ਹੋਏ ਚਮਨ ਦੇ ਨਾਵੇਂ ਸਿਸਕੀਆਂ ਦੀ ਰੁੱਤ ਕਰਦਾ ਤੇ ਅੱਧ ਖਿੜੀਆਂ ਡੋਡੀਆਂ ਤੇ ਅਥਰੂਆਂ ਦੇ ਤਰੇਲ ਤੁਪਕੇ ਧਰਦਾ, ਪਰ ਕਦੇ ਵੀ ਖਾਰੇ ਪਾਣੀ ਕਿਸੇ ਦੀ ਸਮਰੱਥ ਹੋਂਦ ਨੂੰ ਖੋਰ ਨਹੀਂ ਸਕਦੇ। ਇਸ ਚੁਣੌਤੀ ਨੂੰ ਫੁੱਲ ਪੱਤੀਆਂ ਕਬੂਲ ਕਰਦੀਆਂ ਤੇ ਰੰਗਾਂ ਤੇ ਮਹਿਕਾਂ ਦਾ ਵਣਜ ਕਰਕੇ ਕਾਲਖ ਦੀ ਹੋਂਦ ਦਾ ਮਖੌਲ ਉਠਾਉਂਦੀਆਂ। ਗਿਆਨ ਵਿਹੂਣੇ ਲੋਕ ਕੁਕਰਮਾਂ ਦੀ ਪੈੜ ਨੱਪਦੇ ਨੱਪਦੇ ਹੀ ਡੂੰਘੀ ਰਸਾਤਲ 'ਚ ਗਰਕ ਜਾਂਦੇ ਨੇ। ਕੋਈ ਨਹੀਂ ਰਹਿੰਦਾ ਉਹਨਾਂ ਦੀ ਮੜੀ ਤੇ ਦੀਵਾ ਜਗਾਉਣ ਵਾਲਾ। ਅਗਿਆਨੀ ਲੋਕ ਆਪਣਾ ਮਰਸੀਆ ਖੁਦ ਪੜ੍ਹਦੇ, ਆਪਣੀ ਲਾਸ਼ ਆਪਣੇ ਮੋਢਿਆਂ ਤੇ ਢੋਂਦੇ, ਕਬਰਾਂ ਵੰਨੀ ਜਾ ਰਹੇ ਨੇ ਤੇ ਫਿਰ ਉਹਨਾਂ ਨੂੰ ਆਪਣੀ ਰਾਖ ਵੀ ਨਸੀਬ ਨਹੀਂ ਹੋਣੀ। ਲੋਕਾਂ ਦੀ ਅਗਿਆਨਤਾ ਨੂੰ ਮਾਇਕ ਪ੍ਰਾਪਤੀ ਲਈ ਵਰਤਣ ਵਾਲੇ ਲੋਕ ਵਹਿਮਾਂ ਭਰਮਾਂ ਦਾ ਅਜਿਹਾ ਤੰਦੂਆ ਜਾਲ ਵਿਛਾਉਂਦੇ ਨੇ ਕਿ ਕੇਰਾਂ ਇਸ ਵਿੱਚ ਉਲਝਿਆ ਵਿਅਕਤੀ ਆਪਣਾ ਸਭ ਕੁਝ ਗਵਾ ਕੇ ਲੁੱਟ-ਪੁੱਟ ਹੋ ਕੇ ਘਰ ਪਰਤਣ ਯੋਗ ਵੀ ਨਹੀਂ ਰਹਿੰਦਾ। ਸਾਈਂ, ਪੰਡਤ, ਜੋਤਸ਼ੀ ਜਾਂ ਮਹਾਂਕਾਲੀ ਦੇ ਭਗਤਾਂ ਦੇ ਨਾਵਾਂ ਹੇਠ ਲੋਕਾਂ ਦੀਆਂ ਭਾਵਨਾਵਾਂ ਸੰਗ ਖਿਲਵਾੜ ਕਰਦੇ ਲੋਕ ਸਧਾਰਨ ਲੋਕਾਂ ਦੇ ਮਨਾਂ 'ਚ ਅੰਧਕਾਰ ਪੈਦਾ ਕਰਕੇ ਡਾਲਰਾਂ ਪੌਂਡਾਂ ਦੇ ਮਹਿਲ ਉਸਾਰ ਰਹੇ ਨੇ। ਗੁਰੂਆਂ ਪੀਰਾਂ ਤੋਂ ਬੇਮੁਖ ਲੋਕ ਹੀ ਮੜੀਆਂ ਮਸਾਣਾਂ, ਧਾਗੇ, ਤਵੀਤਾਂ ਜਾਂ ਜਾਦੂ ਟੂਣਿਆਂ ਦਾ ਆਸਰਾ ਢੂੰਡਦੇ ਨੇ। ਦਰਅਸਲ ਮਾਨਸਿਕ ਤੌਰ ਤੇ ਕਮਜ਼ੋਰ ਤੇ ਤਿੜਕਿਆ ਹੋਇਆ ਵਿਅਕਤਿਤਵ ਇਹਨਾਂ ਚਾਤਰ ਲੋਕਾਂ ਦਾ ਪਹਿਲਾ ਸ਼ਿਕਾਰ ਹੁੰਦਾ ਹੈ। ਕਦੇ ਸੋਚਦੇ ਸਾਂ ਕਿ ਸ਼ਾਇਦ ਅਨਪੜ੍ਹਤਾ, ਗਰੀਬੀ 'ਚ ਪੱਲਰਦੇ ਨੇ ਅਜਿਹੇ ਗੁੰਮਰਾਹ ਕਰਨ ਵਾਲੇ ਲੋਕ ਵਿਕਸਤ ਦੇਸ਼ਾਂ ਵਿੱਚ। ਪਛੜੇਪਨ ਦਾ ਅਹਿਸਾਸ ਤੁਹਾਨੂੰ ਉਦੋਂ ਹੁੰਦਾ ਹੈ ਜਦੋਂ ਮੀਡੀਏ ਰਾਹੀਂ ਹਰ ਖੇਤਰ 'ਚ ਛਾਏ ਹੋਏ ਇਹ ਲੋਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲੱਗਿਆਂ ਜ਼ਰਾ ਕੁ ਵੀ ਨਹੀਂ ਰਹਿੰਦੇ। ਕੈਨੇਡਾ 'ਚ ਇੱਕ ਤਾਂਤਰਿਕ ਏ, ਹਰ ਰੋਗ ਨੂੰ ਦੂਰ ਕਰਨ ਦਾ ਦਾਅਵਾ ਕਰਦਾ ਹੈ। ਹਰ ਰੋਗ ਦੀ ਵੱਖਰੀ ਵੱਖਰੀ ਫੀਸ, ਜਲਦੀ ਜਾਂ ਹੌਲੀ ਹੌਲੀ ਤੰਦਰੁਸਤ ਹੋਣ ਲਈ ਫੀਸ ਵੱਖੋ ਵੱਖ। ਕਾਰਡ ਨੰਬਰ ਦਿਓ, ਫੀਸ ਭਰੋ ਤੇ ਫਿਰ ਤਾਂਤਰਿਕ ਦਾ ਟਿਕਾਣਾ ਲੱਭਦੇ ਰਹੋ। ਠੱਗੀ ਮਾਰ ਕਦ ਕਿਸੇ ਦੇ ਕਾਬੂ ਆਏ ਨੇ। ਰੋਗ ਨਾਲ ਨਪੀੜੇ ਲੋਕ ਅਕਸਰ ਅਜਿਹੇ ਭਰਮ ਭੁਲੇਖਿਆਂ ਦੇ ਜਲਦੀ ਸ਼ਿਕਾਰ ਹੋ ਜਾਂਦੇ ਨੇ। ਜਦ ਧਰਮ ਤੇ ਅਗਿਆਨੀ ਲੋਕ ਕਾਬਜ਼ ਹੁੰਦੇ ਨੇ ਤਾਂ ਧਾਰਮਿਕ ਪੁਸਤਕਾਂ ਵਿਚਲੇ ਸੱਚ ਦਾ ਸਾਹ ਸੁੱਕਦਾ ਹੈ। ਇਹਨਾਂ ਦੇ ਸੁੱਚੇ ਹਰਫਾਂ ਵਿਚਲੀ ਲੋ ਹਟਕੋਰੇ ਭਰਦੀ ਏ। ਇਹਨਾਂ ਦੀ ਹਿੱਕ 'ਚ ਅਕੀਦਤਾ ਤੇ ਆਸਥਾ ਜੰਮ ਜਾਂਦੀ ਏ। ਇਹ ਪੁਸਤਕਾਂ ਹੌਲੀ ਹੌਲੀ ਆਪਣੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੀਆਂ ਨੇ ਤੇ ਫਿਰ ਇੱਕ ਸੋਗ ਤਵਾਰੀਖ ਦੇ ਨਾਮ ਹੁੰਦਾ ਹੈ। ਜਦ ਗਿਆਨ ਦੇ ਨੈਣਾਂ 'ਚ ਕੁੱਕਰੇ ਪੈਂਦੇ ਨੇ ਤਾਂ ਚੁਫੇਰੇ ਇੱਕ ਧੁੰਦਲਕਾ ਪਸਰ ਜਾਂਦਾ ਹੈ ਤੇ ਇਸ ਧੁੰਦਲਕੇ 'ਚ ਸੂਖਮ ਸੋਚਾਂ ਤੇ ਸੰਭਾਵਨਾਵਾਂ ਨੂੰ ਸਹਿਕਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਸਥਿਤੀ ਸਾਡੇ ਸਮਿਆਂ ਦੀ ਹੋਣੀ ਬਣਦੀ ਜਾ ਰਹੀ ਹੈ। ਜਿਹੜੇ ਲੋਕ ਦੀਪਕ ਦੀ ਆਭਾ ਤੋਂ ਡਰਦੇ ਇਹਨੂੰ ਬੁਝਾਉਣ ਦੀ
ਅਕਾਰਤ ਕੋਸ਼ਿਸ਼ 'ਚ ਰੁੱਝ ਜਾਂਦੇ ਨੇ। ਉਹਨਾਂ ਵਿੱਚੋਂ ਕੁਝ ਤਾਂ ਹੱਥਾਂ 'ਤੇ ਛਾਲੇ ਪਵਾ ਬਹਿੰਦੇ ਨੇ ਤੇ ਕੁਝ ਆਪਣੇ ਹੱਥ ਹੀ ਸਾੜ ਲੈਂਦੇ ਨੇ ਤੇ ਫਿਰ ਸੜਦੇ ਮਾਸ ਦੀ ਦੁਰਗੰਧ ਆਪਣੇ ਟੁੱਟਦੇ ਸਾਹਾਂ ਦੇ ਨਾਮ ਕਰਦੇ ਨੇ। ਸਮਿਆਂ ਦਾ ਕਿਹਾ ਕਹਿਰ ਕਿ ਅਗਿਆਨੀਆਂ ਦਾ ਗਿਆਨ ਨਾਲ ਵੈਰ, ਸ਼ੁਭ ਪ੍ਰਭਾਤ ਦੇ ਦਰੀਂ ਘੁਸ ਮੁਸਿਆਂ ਦਾ ਪੈਰ ਤੇ ਹੌਕਾ ਹੌਕਾ ਹੋ ਕੇ ਜਿਉਂਦੇ ਲੋਕਾਂ ਦੇ ਅੰਬਰੀਂ ਚੜੀ ਹੋਈ ਗੈਰ। ਗਿਆਨ ਦੇ ਢੁੰਡਾਊਆਂ ਨੂੰ ਕੁਰਾਈਆ ਤੇ ਸਿਰ ਫਿਰਿਆ ਕਹਿਣ ਵਾਲੇ ਲੋਕ ਇੱਕ ਤਰਾਸਦੀ, ਸਿਰਫ ਤਰਸ ਦੇ ਪਾਤਰ। ਉਹਨਾਂ ਤੇ ਸਿਰਫ ਅਫਸੋਸ ਹੀ ਕੀਤਾ ਜਾ ਸਕਦਾ ਹੈ। ਚਾਨਣ ਦੇ ਵਣਜਾਰੇ, ਸਮਿਆਂ ਦਾ ਹਾਸਲ, ਵਕਤ ਦਾ ਸੁੱਚਾ ਨਗੀਨਾ, ਤਹਿਜ਼ੀਬ ਦੀ ਧੜਕਦੀ ਸਾਹ ਤੇ ਇਤਿਹਾਸ ਦੀ ਸੁਨਹਿਰੀ ਭਾਏ। ਇੱਕ ਦੀਵੇ ਦੇ ਵਿਹੜੇ ਜਦ ਚਾਨਣ ਦੀ ਸਫ ਵਿਛਦੀ ਏ ਤਾਂ ਕਦੇ ਪਰਵਾਨੇ ਜਗਦੀ ਲਾਟ ਤੇ ਆਪਾਵਾਰ ਰੌਸ਼ਨੀ ਤੋਂ ਬਲਿਹਾਰੇ ਜਾਂਦੇ ਨੇ। ਚਾਨਣ ਰਾਹਾਂ ਖਾਤਰ ਆਪਣੇ ਜੀਵਨ ਤੇ ਖੇਡਣ ਵਾਲੇ ਸ਼ਹੀਦ ਮਨੁੱਖਤਾ ਦੇ ਵਿਹੜੇ ਦੀ ਸੁਚਮਤਾ। ਗਿਆਨ ਸਦਕਾ ਅਜੋਕੀਆਂ ਸੁੱਖ ਸੁਵਿਧਾਵਾਂ, ਮਨੁੱਖੀ ਮਨ ਤੇ ਸਰੀਰ ਦੀ ਬਣਤਰ ਤੇ ਇਹਦੀ ਕਿਰਿਆਸ਼ੀਲਤਾ ਨੂੰ ਸਮਝਣ ਦੀ ਸਮਰੱਥਾ। ਜੀਵਨ ਦੀ ਸਾਰਥਿਕਤਾ ਨੂੰ ਸਮਝਾਉਂਦੇ ਨੇ ਧਾਰਮਿਕ ਗ੍ਰੰਥ ਤੇ ਪੁਰਾਤਨ ਵੇਦ। ਇਹ ਗ੍ਰੰਥ ਇੱਕ ਜੀਵਨ ਜਾਚ, ਜੀਵਨ ਸ਼ੈਲੀ ਦਾ ਵਰਣਨ, ਸਮਾਜਿਕ ਵਰਤਾਰਿਆਂ ਦੀ ਪਰਿਭਾਸ਼ਾ ਤੇ ਸਮੁੱਚੇ ਬ੍ਰਹਿਮੰਡ ਨੂੰ ਸਮਝਣ ਦੇ ਗੁਰ। ਦੀਵੇ ਦਾ ਧਰਮ ਹੈ ਜਗਣਾ, ਰੌਸ਼ਨੀ ਵੰਡਣਾ, ਹਰ ਰਾਹ ਨੂੰ ਚਾਨਣ ਚਾਨਣ ਕਰਨਾ ਤੇ ਹਨੇਰਿਆਂ ਦਾ ਭਵਜਲ ਤਰਨਾ। ਦੀਵੇ ਨੂੰ ਉਹਦੀ ਕਰਮ ਯੋਗਤਾ ਤੋਂ ਕੋਈ ਨਹੀਂ ਰੋਕ ਸਕਦਾ ਤੇ ਨਾ ਹੀ ਉਹਦੇ ਸੁੱਖ ਅਨੁਵਰ ਬੋਲਾਂ ਨੂੰ ਟੋਕ ਸਕਦਾ ਹੈ। ਚਾਨਣ ਦੀ ਪੈੜ ਨੱਪਣ ਵਾਲੇ ਲੋਕ ਸਦਕਾ ਹੀ ਹਨੇਰਿਆਂ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਉਹ ਆਪਣੀ ਭਰੋਸੇ ਯੋਗਤਾ ਨੂੰ ਕਿਸੇ ਦੇ ਸਦਮੇ ਵਿੱਚੋਂ ਕਿਆਸਦੇ ਨੇ। ਚਾਨਣ ਦਾ ਹੋਕਾ ਵਿਹੜਿਆਂ ਦਾ ਨਸੀਬ ਹੋਵੇ, ਹਰ ਘਰ ਦੀ ਦਹਿਲੀਜ਼ ਤੇ ਚਾਨਣ ਚੋਵੇ ਤੇ ਕੰਧਾਂ ਨੂੰ ਕਮਰਿਆਂ ਤੇ ਕਮਰਿਆਂ ਨੂੰ ਘਰ ਦਾ ਵਰਦਾਨ ਪ੍ਰਾਪਤ ਹੋਵੇ। ਪਲ ਪਲ ਕਰਕੇ ਜਿਉਂਦੇ ਚਿਰਾਗ ਨਾਲ ਗੁਫ਼ਤਗੂ ਕਰ ਰਿਹਾ ਸ਼ਖਸ ਸੁੱਚੀ ਲੋ, ਭਲੇ ਵਕਤਾਂ ਦੀ ਕਨਸੋ ਤੇ ਮਾਨਵਤਾ ਦਾ ਸੁੱਚਾ ਮੋਹ। ਐ ਖੁਦਾਇਆ, ਵਕਤ ਦੀ ਹਿੱਕ ਤੇ ਖੁਣੀ ਚਾਨਣ ਦਾ ਸਿਰਨਾਵਾਂ, ਰੌਸ਼ਨੀ ਭਰਿੰਦੀਆਂ ਰਾਵਾਂ ਤੇ ਸੰਦਲੀ ਮਹਿਕ ਨਾਲ ਭਰਪੂਰ ਫਿਜ਼ਾਵਾਂ। ਧੰਨਵਾਦ। ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਪੁਸਤਕ ਸੂਰਜ ਦੀ ਦਸਤਕ ਦਾ ਅਗਲਾ ਲੇਖ ਹੈ ਮਜ਼ਾਰ ਤੇ ਜਗਦਾ ਚਿਰਾਗ। ਰਾਤ ਦੀ ਡੂੰਘੀ ਪਸਰੀ ਚੁੱਪ, ਸਾਰੀ ਕਾਇਨਾਤ ਨੀਂਦ ਦੀ ਲੰਮੀ ਚਾਦਰ ਤਾਣ ਕੇ ਸੁੱਤੀ। ਫਿਜ਼ਾ ਵਿੱਚ ਹਨੇਰੇ ਦਾ ਸੰਘਣਾਪਨ, ਕਦੇ ਕਦੇ ਕੋਈ ਟਟਹਿਰੀ ਰਾਤ ਦੀ ਸੁੱਤੀ ਹੋਈ ਚੁੱਪ ਨੂੰ ਤੋੜਦੀ, ਕਿਤੇ ਕੋਈ ਕੋਚਰੀ ਆਪਣੀ ਮੂਕ ਹੋਣ ਦਾ ਅਹਿਸਾਸ ਕਰਾਉਂਦੀ ਤੇ ਆਪਣੇ ਮਰਨਹਾਰੇ ਬੋਲਾਂ ਨੂੰ ਰੁਮਕਦੀ ਪਾਉਣ ਦੇ ਨਾਮ ਲਾਉਂਦੀ। ਵਕਤ ਦੀ ਧੀਮੀ ਤੋਰ ਤਹਿਜ਼ੀਬ ਦੇ ਵਰਕੇ ਤੇ ਆਪਣਾ ਨਾਮੋ ਨਿਸ਼ਾਨ ਨੂੰ ਮਿਟਣ ਕਿਨਾਰੇ ਕਿਆਸਦੀ ਸੌਣ ਦਾ ਆਹਰ ਕਰਦੀ ਤੇ ਸਮੁੱਚੇ ਚੌਗਿਰਦੇ 'ਚ ਇੱਕ ਹੌਕਾ ਧਰਦੀ। ਕਾਲੀ ਬੋਲੀ ਰਾਤ ਦੀ ਹਿੱਕ ਤੇ ਜਾਗਦੀ ਤੇ ਧੜਕਦੀ ਮਜ਼ਾਰ ਤੇ ਜਗਦਾ ਇੱਕ ਚਿਰਾਗ। ਇਸ ਦੀ ਮੱਧਮ ਲੋਚ ਮਜ਼ਾਰ ਦੀ ਜ਼ਰਜ਼ਰੀ ਹੋਣ ਦਾ ਚਲਕਾਰਾ, ਇਹਦੇ ਲੱਥੇ ਹੋਏ ਖਲੇਪੜ, ਬਾਰਿਸ਼ਾਂ ਤੇ ਧੁੱਪਾਂ ਨਾਲ ਫਿੱਕੇ ਪੈ ਗਏ ਆਤਮਿਕ ਰੰਗ। ਚਿਰਾਗ ਚਾਰੇ ਪਾਸੇ ਆਪਣੀ ਜਾਗਦੀ ਹੋਣ ਦਾ ਲਹਿਰਾ ਰਿਹਾ ਪਰਚਮ। ਹਨੇਰੇ ਸਾਵੇਂ ਹਿੱਕ ਡਾ ਕੇ ਖੜੋਤਾ ਚਿਰਾਗ ਅਡੋਲ ਤੇ ਅਹਿਲ, ਹਨੇਰੀਆਂ ਨੂੰ ਜਰਨ ਦਾ ਜੇਰਾ ਤੇ ਸਮੇਂ ਦੀ ਹਿੱਕ ਤੇ ਨਰੋਈਆਂ ਪੈੜਾਂ ਖੁਣਨ ਦਾ ਹੱਠ। ਉਹਨੂੰ ਡਰ ਨਹੀਂ ਆਪਣੀ ਤਿੜਕ ਰਹੀ ਹੋਂਦ ਦਾ। ਚਿਰਾਗ ਕਾਲਖਾਂ ਦੇ ਮੱਥੇ ਤੇ ਚਾਨਣ ਦਾ ਟਿੱਕਾ, ਗੁਆਚ ਰਹੀ ਹੋਂਦ ਨੂੰ ਸਾਂਭਣ ਦਾ ਧਰਮ ਤੇ ਹਰ ਸਾਹੇ ਇਹਨੂੰ ਨਿਭਾਉਣ ਦਾ ਸੁੱਚਾ ਕਰਮ। ਅਜਿਹੀ ਕਰਮ ਯੋਗਤਾ ਵਿਰਲਿਆਂ ਦਾ ਨਸੀਬ। ਜਦ ਆਪਣੇ ਉਖੜਦੇ ਸਾਹਾਂ ਨੂੰ ਦੇਖ ਕੇ ਕਰੀਬ ਲੰਮੀ ਹੋ ਜਾਏ ਉਮਰ ਦੀ ਜ਼ਰੀਬ ਤੇ ਅੱਖਾਂ 'ਚ ਉਤਰ ਕੇ ਸਾਹਮਣੇ ਆਉਣ ਤੋਂ ਹਿਚਕਚਾਉਂਦੀ ਏ ਸਲੀਬ। ਚਿਰਾਗ ਨਰੋਏ ਨਕਸ਼ਾਂ ਦੀ ਸਦੀਵੀ ਨਿਸ਼ਾਨਦੇਹੀ, ਇਹਨਾਂ ਨੂੰ ਸਵਾਰਨ ਤੇ ਸੰਭਾਲਣ ਦਾ ਮਨ 'ਚ ਪਨਪਦਾ ਚਾਅ ਤੇ ਕਿਸੇ ਦੇ ਅੰਨੇ ਨੈਣਾਂ ਵਿੱਚ ਉਤਰੀ ਅੰਧੇਰੀ ਦੁਨੀਆ ਲਈ ਹਾਂ।
ਚਿਰਾਗ ਇੱਕ ਸਗਵਾਂ ਸਰੂਪ, ਜਿਉਂਦਾ ਜਾਗਦਾ ਸੁਖਨ, ਮਰਨਹਾਰੀ ਰੁੱਤ 'ਚ ਜਾਗਦੀ ਸੋਚ, ਮਸਤਕ ਵਿੱਚ ਕਰਮ ਰੇਖਾਵਾਂ ਦੀ ਸੁਰਖ ਕਲਾ ਨਿਕਾਸ਼ੀ। ਚਿਰਾਗ ਦੀ ਜਗਦੀ ਲੋ, ਪਤਝੜਾਂ ਦੀ ਝੋਲੀ 'ਚ ਬਹਾਰਾਂ ਦਾ ਨਿਉਂਦਾ, ਵੀਰਾਨ ਚਮਨ ਦੀ ਬੀਹੀ 'ਚ ਮਹਿਕਾਂ ਦਾ ਹੋਕਾ, ਫੁੱਲ ਨੂੰ ਲੋਚਦੀ ਲਗਰ ਦੀ ਤਲੀ ਤੇ ਡੋਡੀਆਂ ਦਾ ਸ਼ਗਨ, ਫਲਾਂ ਦੀ ਉਡੀਕ 'ਚ ਉਮਰ ਵਿਹਾਜਰੇ ਟਾਹਣੀ ਲਈ ਇੱਕ ਸ਼ੁਭ ਆਗਮਨ, ਮਾਤਮੀ ਚੁੱਪ ਦੀ ਝੋਲੀ 'ਚ ਮਿੱਠੜੇ ਬੋਲਾਂ ਦਾ ਸੰਧਾਰਾ ਤੇ ਬੋਝਲ ਫਿਜ਼ਾਂ ਨੂੰ ਅੰਬਰੀ ਹੁਲਾਰਾ। ਚਿਰਾਗ 'ਚ ਬਚਿਆ ਤਿਪਕ ਘਿਓ, ਆਪਣੀ ਜਾਗਦੀ ਜ਼ਮੀਰ ਦਾ ਰਚਨਹਾਰਾ, ਸਾਹ ਘੁੱਟਵੇਂ ਪਲਾਂ ਵਿੱਚ ਵੀ ਹਰ ਸਾਹ ਨੂੰ ਭਰਪੂਰ ਜਿਉਣ ਦਾ ਲਾਰਾ, ਥਿੜਕਦੇ ਕਦਮਾਂ 'ਚ ਧਰ ਜਾਣਾ ਇੱਕ ਚਾਅ ਕੁਆਰਾ, ਮਨ ਵਿੱਚੋਂ ਓਝਲ ਹੋ ਰਹੇ ਮੰਜ਼ਿਲਾਂ ਦੇ ਸਿਰਨਾਵਿਆਂ ਦਾ ਝਲਕਾਰਾ, ਦੂਰ ਦਿਸੇਂਦੇ ਦਿਸ ਹੱਦਿਆਂ ਤੇ ਪਹੁੰਚਣ ਦਾ ਚਾਰਾ। ਚਿਰਾਗ ਦੀ ਮਿੰਨੀ ਮਿੰਨੀ ਲੋ, ਸੁਪਨਿਆਂ ਦਾ ਜਾਗਦਾ ਸੰਸਾਰ, ਇਹਨਾਂ ਨੂੰ ਪਨਪਣ ਤੇ ਵਿਕਸਣ ਦਾ ਵਰ, ਇਹਨਾਂ ਦੀ ਸੰਪੂਰਨਤਾ ਲਈ ਅਰਦਾਸ, ਪੀੜ ਪੰਘੂੜੇ ਤੇ ਵੀ ਜੀਣ ਤੇ ਥੀਣ ਦੀ ਆਸ, ਤੇ ਭਰਪੂਰਤਾ ਸੰਗ ਲਬਰੇਜ਼ ਵਕਤਾਂ ਦਾ ਭਵਿੱਖੀ ਹੁਲਾਸ। ਚਿਰਾਗ ਦੀ ਬੱਤੀ, ਸਾਹਾਂ ਦੀ ਲਮੇਰੀ ਹੋ ਰਹੀ ਔਧ ਦਾ ਨਾਮ, ਮਰ ਕੇ ਜਿਉਣ ਦਾ ਇਲਹਾਮ, ਮਰਨ ਵਿੱਚੋਂ ਜਿਉਂਦੇ ਹਰ ਸਾਹ ਨੂੰ ਸੁਖਨ ਪੈਗਾਮ, ਤੇ ਇਸ ਪੈਗਾਮ ਰਾਹੀਂ ਕਿਸੇ ਦੀ ਜ਼ਿੰਦਗੀ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਸ਼ੁਭ ਕਰਮਨ। ਜਗਦਾ ਚਿਰਾਗ ਰਾਤ ਦੇ ਦਰੀਂ, ਸਰਗੀ ਦੀ ਦਸਤਕ, ਰਾਤ ਦੀ ਬੀਹੀ 'ਚ ਚਾਨਣਾ ਦਾ ਤਰੌਂਕਾ, ਹਨੇਰਿਆਂ ਦੀ ਵੱਖੀ ਵਿੱਚ ਰੌਸ਼ਨੀ ਦੀ ਆਰ, ਸੁੱਤੇ ਸਮਿਆਂ ਨੂੰ ਜਗਾਉਣ ਦਾ ਆਹਰ, ਹਨੇਰੇ ਵਕਤਾਂ ਨੂੰ ਪੀਲੇ ਪੱਤਿਆਂ ਜਿਹੀ ਮਾਰ, ਚੋਗ ਲੋਚਦੇ ਬੋਟਾਂ ਦੀ ਲੈਣੀ ਸਾਰ, ਤੀਲਾ ਤੀਲਾ ਹੋਏ ਆਲਣਿਆਂ ਦਾ ਵਸ ਜਾਣਾ ਸੰਸਾਰ, ਤੇ ਇਹਨਾਂ 'ਚ ਪਰਿੰਦਿਆਂ ਦੀ ਗੁਟਕਣੀ ਦੀ ਗੁਟਾਰ। ਚਿਰਾਗ ਦੀ ਹੋਂਦ ਕਦੇ ਕਦੇ ਹਵਾ ਦੇ ਝੋਂਕੇ ਦੀ ਮੁਹਤਾਜ, ਬੁੱਲਾ ਇਹਦੀ ਹੋਂਦ ਨੂੰ ਮਿਟਾਉਣ ਦਾ ਕੋਸ਼ਿਸ਼ ਕਰਦਾ, ਪਰ ਉਹ ਵੀ ਚਿਰਾਗ ਦੇ ਹੱਠ ਅੱਗੇ ਹਾਰਦਾ ਤੇ ਆਪਣੇ ਸਾਹਾਂ ਨੂੰ ਬਚਾਉਣ ਦੀ ਲੋਚਾ 'ਚ ਤਿਲ ਤਿਲ ਹੋ ਕੇ ਮਰਦਾ। ਕਿੰਨਾ ਔਖਾ ਹੁੰਦਾ ਹੈ ਮਜ਼ਾਰ ਤੇ ਜਗ ਰਹੇ ਚਿਰਾਗ ਵਾਂਗੂ ਹਵਾ ਬਣ ਕੇ ਹਵਾ ਵਰਗੇ ਪਲਾਂ ਨੂੰ ਸਾਹ ਕਹਿਣਾ ਤੇ ਸਿਸਕ ਦੀ ਤਰਾਸਦੀ ਦੀ ਜੂਨੇ ਪੈਣਾ। ਚਿਰਾਗ ਦੀ ਸਲਤਨਤ ਵਿੱਚ ਕੁਝ ਕੁ ਪਤੰਗਿਆਂ ਦੇ ਪਿੰਜਰਾਂ ਦਾ ਖਿਲਾਰਾ, ਆਲੇ ਦੁਆਲੇ ਫੈਲੀ ਹੋਈ ਰਾਖ, ਚਿਰਾਗ ਦੀਆਂ ਸੋਚਾਂ ਦਾ ਫੈਲਿਆ ਪ੍ਰਤਾਪ ਜੋ ਬਣ ਜਾਂਦਾ ਏ ਕੁਲੈਣੇ ਵਕਤਾਂ ਲਈ ਵਰਲਾਪ। ਚਿਰਾਗ ਨੂੰ ਫਿਕਰ ਹੈ ਮਜ਼ਾਰ 'ਚ ਸੁੱਤੇ ਪੀਰ ਦਾ, ਮਰਨਹਾਰੀ ਪੀਰ ਦੀ ਰੂਹ ਦਾ, ਉਹਦੇ ਪੈਗਾਮ ਦਾ, ਜ਼ਿੰਦਗੀ ਦੀਆਂ ਲੁਪਤ ਹੋ ਰਹੀਆਂ ਕਦਰਾਂ ਕੀਮਤਾਂ ਦਾ, ਮਰ ਰਹੀ ਸੰਵੇਦਨਾ ਦਾ, ਮਾਨਵੀ ਸੋਚ 'ਚੋਂ ਮਨਫੀ ਹੋ ਰਹੀ ਚੇਤਨਾ ਦਾ, ਭਰਮ ਭੁਲੇਖਿਆਂ ਦਾ ਦੀ ਭੇਟਾ ਚੜ ਰਹੀ ਅਵਚੇਤਨਾ ਦਾ, ਮਾਨਵ 'ਚੋਂ ਲਾਪਤਾ ਹੋ ਰਹੇ ਇਨਸਾਨ ਦਾ, ਕੁਕਰਮਾਂ ਦੀ ਵਾਦੀ ਦਾ ਬਸ਼ਿੰਦਾ ਬਣੇ ਹੈਵਾਨ ਦਾ, ਧੁੰਦਲਕੇ 'ਚ ਗੁਆਚ ਰਹੇ ਗਿਆਨ ਦਾ, ਤੇ ਕੁਤਾਈਆਂ 'ਚੋਂ ਸੁਖਨ ਭਾਲ ਰਹੇ ਸ਼ੈਤਾਨ ਦਾ। ਆਤਮਿਕ ਮਸਤੀ ਵਿੱਚ ਸੌਂ ਰਹੀ ਪੀਰ ਦੀ ਆਤਮਾ, ਚਿਰਾਗ ਦਾ ਘੁੱਗ ਵਸਦਾ ਵਿਹੜਾ, ਅਗੰਮੀ ਸੋਚ ਦੀ ਮੱਚਦੀ ਲਾਟ, ਚਾਵਾਂ ਦੀ ਧਮਾਲ, ਸੰਧੂਰੀ ਸਮਿਆਂ ਦਾ ਜਲਾਲ, ਤੇ ਮਨ ਮਸਤਕ ਦੀ ਜੂਹੇ ਜਿਉਂਦਾ ਖਿਆਲ। ਚਿਰਾਗ ਦੀ ਨਿੱਕੀ ਨਿੱਕੀ ਲੋ, ਕੋਸੇ ਕੋਸੇ ਸਾਹਾਂ ਦਾ ਸੰਗਮੀ ਸਪਰਸ਼, ਆਪਣਤ ਭਰੀ ਬੁੱਕਲ ਦਾ ਅਹਿਸਾਸ, ਸੱਚੀ ਸੁੱਚੀ ਸੋਚ ਦਾ ਪੀੜਾ, ਤੇ ਮਾਨਵਵਾਦੀ ਭਾਵਨਾ ਦਾ ਪਸਾਰਾ। ਕਾਲੇ ਵਕਤਾਂ 'ਚ ਜਗਦੇ ਚਿਰਾਗ ਦੀ ਹੋਂਦ, ਗੰਭੀਰ ਸੋਚ ਲਈ ਇੱਕ ਪ੍ਰਸ਼ਨ, ਹਰ ਮਸਤਕ ਤੇ ਉਕਰਿਆ ਸਵਾਲ ਤੇ ਇਹਦੇ ਜਵਾਬ ਦੀ ਭਟਕਣ 'ਚ ਗੁਆਚਿਆ ਸਮੁੱਚੀ ਕਾਇਨਾਤ ਦਾ ਵਜੂਦ। ਚਿਰਾਗ ਨੂੰ ਬੜੀ ਤਮੰਨਾ ਹੈ ਕਿ ਕੋਈ ਤਾਂ ਬਣੇ ਦੀ ਖਿਲਰੀ ਹੋਂਦ ਦਾ ਸਿਰਜਣਹਾਰਾ, ਕਿਸੇ ਦੀ ਆਂਦਰ 'ਚ ਉਤਰੇ ਇੱਕ ਦਰਦ ਦਾ ਵਾਰਾ, ਤੇ ਕੋਈ ਤਾਂ ਕਰੇ ਪਾਰ ਉਤਾਰਾ। ਪਰ ਗੁੰਮਸੁੰਮ ਰਾਤ ਦੀ ਖਾਮੋਸ਼ੀ ਵਿੱਚ ਹੀ ਖਾਮੋਸ਼ ਹੋ ਰਹੀ ਹੈ ਚਿਰਾਗ ਦੀ ਵੇਦਨਾ। ਚਿਰਾਗ ਫਿਕਰਮੰਦੀ ਦੀ ਇੰਤਹਾ, ਗਰਕ ਹੋ ਰਹੇ ਸਮਿਆਂ 'ਚ ਭਲੇ ਵਕਤਾਂ ਦੀ ਆ, ਸੁੰਗੜ ਦੀਆਂ ਸੋਚਾਂ ਨੂੰ ਫੈਲਣ ਦਾ ਚਾਅ, ਤੇ ਪੀਲੇ ਚਿਹਰਿਆਂ ਤੇ ਬਰੀਕ ਜਿਹੀ ਸੰਦਲੀ ਪਾ। ਚਿਰਾਗ ਕਿਰਨ ਕਿਰਨ ਹੋ ਕੇ
ਕਿਰਨਮ ਕਿਰਨੀ ਕਿਰ ਰਹੀ ਤਕਦੀਰ ਦਾ ਰੋਸਾ, ਤੇ ਡਿੱਗ ਕੇ ਫਿਰ ਉੱਠਣ ਦਾ ਭਰੋਸਾ। ਚਿਰਾਗ ਦੀ ਰੂਹ 'ਚ ਪੀਰ ਦਾ ਵਾਸਾ, ਉਹਦੀ ਸੋਚ ਦਾ ਦਿਲਾਸਾ, ਤੇ ਇਹਦਾ ਦਰਸ ਕਰਦਾ ਏ ਰੋਂਦੇ ਮੁਖੜੇ ਦੇ ਨਾਵੇਂ ਨਿਰਛਲ ਹਾਸਾ। ਚਿਰਾਗ ਜਿਉਣ ਦਾ ਅਦਬ, ਸੰਵੇਦਨਾ ਦਾ ਜਾਗ, ਕਰੁੱਤੇ ਪਲਾਂ ਦੇ ਗੰਧਮੀ ਭਾਗ, ਤੇ ਨਿੰਮੀ ਨਿੰਮੀ ਲੋਹ ਦੀ ਚੌਗਿਰਦੇ ਨੂੰ ਲਾਗ। ਜਗਦਾ ਰਹੇ ਹਨੇਰਿਆਂ ਦੀ ਜੂਹ ਦਾ ਚਿਰਾਗ, ਪਨਪਦਾ ਰਹੇ ਉਜਾੜਾਂ 'ਚ ਪੀਰ ਦੀ ਜਾਗਦੀ ਅੱਖ ਦਾ ਪ੍ਰਤਾਪ। ਬੀਆਬਾਨ 'ਚ ਵਸਦੀ ਰਹੇ ਪੀਰ ਦੀ ਮਜ਼ਾਰ, ਤੇ ਚਾਨਣ ਦੀ ਕਿਰਨ ਦਾ ਹੁੰਦਾ ਰਹੇ ਵਿਸਥਾਰ। ਚਿਰਾਗ ਵਰਗੇ ਲੋਕ ਹੀ ਸਮਿਆਂ ਦੇ ਨਕਸ਼ ਨਿਹਾਰਨ ਦੀ ਹੱਲਾਸ਼ੇਰੀ, ਕਾਲੀ ਰਾਤ ਦਾ ਭਰਮ ਤੋੜਨ ਦੀ ਸਮਰੱਥਾ ਰੱਖਦਾ ਏ ਚਿਰਾਗ। ਮਿੱਟੇ ਬੁੱਲਾਂ ਲਈ ਬਣ ਜਾਂਦਾ ਏ ਬਸੰਤੀ ਰਾਗ। ਚਿਰਾਗ ਸਾਡੀ ਤਕਦੀਰ, ਪੈਰਾਂ ਦੇ ਸਫ਼ਰ ਦੀ ਸ਼ਾਹਾਨਾ ਤਸਵੀਰ, ਉਮਰਾਂ ਦੀ ਵਹੀ ਤੇ ਉਗੜਵੀਂ ਲਕੀਰ। ਚਿਰਾਗ ਫਕਰਾਨਾ ਅੰਦਾਜ਼, ਹਰ ਘਰ ਨੂੰ ਵਸਦੇ ਰਹਿਣ ਦੀ ਅਸੀਸ, ਕੁਦਰਤ ਦੀ ਚਿਰ ਸਥਾਈ ਹੋਣ ਦਾ ਵਰਦਾਨ। ਸੰਵੇਦਨਾ 'ਚ ਹਰ ਦਮ ਗੂੰਜਦੀ ਆਜ਼ਾਨ, ਤੇ ਧਰਤ ਦੀ ਹਰ ਵਸਤ ਜਾਂਦਾ ਏ ਕੁਰਬਾਨ। ਚਿਰਾਗ ਆਪਾ ਬਾਲ ਕੇ ਕਿਸੇ ਦੇ ਰਾਹਾਂ ਨੂੰ ਰੌਸ਼ਨ ਕਰਨ ਦਾ ਮਾਨਵੀ ਕਰਮ ਯੋਗਤਾ 'ਚੋਂ ਜੀਵਨ ਮੁੱਲਾਂ ਦਾ ਸੰਜੀਵ ਹੋ ਰਿਹਾ ਕਾਇਨਾਤੀ ਪਾਸਾਰਾ। ਮੱਥੇ ਚੁਗਮ ਰਿਹਾ ਅਲੌਕਿਕ ਨਜ਼ਾਰਾ, ਤੇ ਸੋਚ ਭਟਕਣ ਨੂੰ ਠਹਿਰਾਓ ਦਾ ਸਹਾਰਾ। ਕਦੇ ਤਾਂ ਜਗਦੇ ਚਿਰਾਗਾਂ ਦੀ ਆਸਥਾ ਦਾ ਨਾਮਕਰਨ ਕਰੀਏ, ਤੇ ਇਹਨਾਂ ਨੂੰ ਹਰ ਸੂਖਮ ਸੋਚ ਦੇ ਨਾਮ ਕਰੀਏ। ਚਿਰਾਗ ਬਣ ਕੇ ਜਿਉਂਦੇ ਲੋਕ ਹੀ ਸਮਿਆਂ ਦਾ ਸਦੀਵੀ ਦਸਤਾਵੇਜ਼, ਇਤਿਹਾਸ ਦਾ ਹਾਸਲ, ਤੇ ਤਹਿਜ਼ੀਬ ਦਾ ਸੂਰਜੀ ਵਰਕਾ। ਕਦੇ ਤਾਂ ਚਿਰਾਗ ਬਣਨ ਦਾ ਹੀਆ ਕਰੀਏ, ਤੇ ਧਰਾਤਲ ਦੀ ਬਾਂਝ ਕੁੱਖ ਵਿੱਚ ਇੱਕ ਸੂਰਜ ਧਰੀਏ। ਅਗਲਾ ਲੇਖ ਹੈ ਮਾਣ ਮਿੱਤਰਾਂ ਦਾ। ਮਿੱਤਰ ਇੱਕ ਮੁਹੱਬਤਨਾਮਾ, ਜ਼ਿੰਦਗੀ ਦਾ ਸਰੂਰ, ਸਮੁੱਚੇ ਜੀਵਨ ਦਾ ਹਾਸਲ, ਡੁੱਲ ਡੁੱਲ ਪੈਂਦਾ ਜ਼ਿੰਦਗੀ ਦਾ ਵਜਦ, ਜ਼ਿੰਦਗੀ ਦਾ ਸੰਧੂਰੀ ਭਾ ਰੰਗ, ਤੇ ਇਸ ਭਾ ਦੇ ਨਾਵੇਂ ਲੱਗ ਜਾਂਦਾ ਸਿਖਰ ਦੁਪਹਿਰ ਵਰਗੀ ਸੋਚ ਦਾ ਸਗਵਾਂਪਣ। ਮਿੱਤਰ ਦੀ ਹਰ ਗੱਲ ਦੇ ਗੁੱਝੇ ਅਰਥ, ਇਸ ਵਿੱਚੋਂ ਨਿੱਜੀ ਮੁਫਾਦ ਦੀ ਗੁੰਮਸ਼ੁਦੀ, ਆਪਣੱਤ ਦਾ ਭਰ ਵਗਦਾ ਦਰਿਆ, ਤੇ ਇਸ ਦੇ ਸਫਾਵ ਪਾਣੀ ਧੁਰ ਤੀਕ ਭਿੱਜਣ ਦਾ ਅਹਿਸਾਸ ਤੁਹਾਡੇ ਸਾਹਾਂ ਦੇ ਨਾਮ ਕਰਦੇ। ਮਨ ਦੀ ਉੱਚੇ ਅੰਬਰਾਂ 'ਚ ਉਡਾਰੀ। ਮਿੱਤਰ ਜ਼ਿੰਦਗੀ ਦੀ ਕਮਾਈ, ਨਿੱਜ ਤੋਂ ਉੱਪਰ ਉੱਠ ਕੇ ਕਿਸੇ ਪ੍ਰਾਪਤੀ ਦੀ ਗਹਿਰਾਈ, ਤੇ ਇਸ ਤੋਂ ਜ਼ਿੰਦਗੀ ਜ਼ਿਆਦੀ ਏ ਲੇਖੇ ਲਾਈ। ਮਿੱਤਰ ਮੁਫਤ ਨਹੀਂ ਮਿਲਦੇ, ਮਿੱਤਰ ਕਮਾਉਣੇ ਪੈਂਦੇ, ਕਿਸੇ ਦੇ ਨਾਵੇਂ ਸਜਰੇ ਸਾਹ ਲਾਉਣੇ ਪੈਂਦੇ, ਤੇ ਫਿਰ ਮਹਿਕੀਲੇ ਸਾਹਾਂ 'ਚੋਂ ਆਪਣੇ ਜੀਵਨ ਦੇ ਸਮੁੱਚ ਘੋਲ ਘੁਮਾਉਣੇ ਪੈਂਦੇ। ਮਿੱਤਰਾਂ ਦਾ ਸਿਰਫ ਇੱਕ ਹੀ ਰੂਪ, ਪਰਤ ਵੀ ਹੋਣੀ, ਫਰੇਬ ਤੋਂ ਨਿਰਲੇਪ, ਮੁਖੌਟਿਆਂ ਤੋਂ ਨਿਜਾਤ, ਤੇ ਇਹਨਾਂ ਦੇ ਨੈਣਾਂ ਵਿੱਚ ਆਪਣਿਆਂ ਲਈ ਉਤਰਦੀ ਇਹ ਸ਼ਗਨਾਂ ਦੀ ਰਾਤ। ਸਦੀਵੀ ਮਿੱਤਰਤਾ ਨਿਭਾਉਣ ਲਈ ਹਰ ਪਲ ਇੱਕ ਵਿਅਕਤੀ ਰਚਾਉਂਦਾ ਏ ਆਪਣੀ ਅੰਤਰ ਆਤਮਾ ਨਾਲ ਸੰਵਾਦ, ਤੇ ਇਸ 'ਚੋਂ ਮਿਲਦਾ ਏ ਚਿਰ ਸਦੀਵੀ ਸਾਂਝਾਂ ਦਾ ਰਾਜ਼। ਕੁਝ ਲੋਕ ਸਦੀਵੀ ਮਿੱਤਰਤਾ ਦਾ ਮਾਣਕ ਬਣਦੇ, ਕੁਝ ਲੋਕਾਂ ਦੀ ਮਿੱਤਰਤਾ ਸਿਰਫ ਕੁਝ ਪਲਾਂ ਜਾਂ ਕੁਝ ਕੁ ਕਦਮਾਂ ਦਾ ਸਾਥ, ਕੁਝ ਕੁ ਦੇ ਥੋੜ੍ਹੀ ਦੂਰੀ 'ਤੇ ਜਾ ਕੇ ਕਦਮਾਂ 'ਚ ਉਤਰ ਆਉਂਦੀ ਏ ਥਕਾਨ, ਤੇ ਇਹਨਾਂ ਦੇ ਮੁਖੜੇ 'ਤੇ ਫੈਲ ਜਾਂਦੀ ਏ ਮਿੱਤਰ ਮਾਰੂ ਮੁਸਕਾਨ। ਇਹਨਾਂ ਦੀ ਸੋਚ ਵਿੱਚ ਫੈਲ ਜਾਂਦਾ ਏ ਆਪਣੇ ਨਿੱਜ ਦਾ ਲੋਭੀ ਜਹਾਨ, ਤੇ ਫਿਰ ਸਦਾ ਲਈ ਭੁੱਲ ਜਾਂਦੇ ਨੇ ਕਿ ਕੋਈ ਕਦੇ ਇਹਨਾਂ ਤੋਂ ਹੁੰਦਾ ਸੀ ਕੁਰਬਾਨ। ਮਿੱਤਰ ਕਦੇ ਮਿੱਤਰ ਮਾਰ ਨਹੀਂ ਕਰਦਾ। ਆਪਣਿਆਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਲੋਕ ਮਿੱਤਰਤਾ ਦੇ ਨਾਮ 'ਤੇ ਕਲੰਕ। ਮਿੱਤਰਤਾ ਵੀ ਭਾ ਤੇ ਇੱਕ ਕੋਝਾ ਮਜ਼ਾਕ। ਮਿੱਤਰ ਦੀ ਪਰਿਭਾਸ਼ਾ ਲਈ ਕੋਲਾਂਬਾ। ਮਿੱਤਰ ਮੁਖੜੇ ਦੇ ਤੇ ਕਾਲਖ ਦੀ ਪਰਤ, ਜਿਸ ਹੇਠ ਛੁਪਿਆ ਏ ਕੁੱਲ ਦੁਨੀਆ ਦਾ ਕਰੂਰ। ਮਿੱਤਰ ਦਾ ਮਿਲਣਾ ਜ਼ਿੰਦਗੀ ਦਾ ਸੁੱਚਾ ਪਲ, ਇੱਕ ਪਲ ਵਿੱਚੋਂ ਸਮੁੱਚੀ ਜ਼ਿੰਦਗੀ ਦਾ ਝਲਕਾਰਾ, ਤੇ ਜੀਵਨ ਦੇ ਨਾਵੇਂ ਸੁੱਚੇ ਪਲਾਂ ਦਾ ਸੰਧਾਰਾ। ਪਲ ਪਲ ਕਰਕੇ ਬੀਤਦੇ ਸਮੇਂ ਦਾ ਪਲ ਵਿੱਚ ਹੀ ਖੁਰਨਾ, ਤੇ ਫਿਰ ਇੱਕ ਵਿਸਮਾਦੀ ਲੋਰ ਹਰ ਸਾਹ ਦੇ ਨਾਵੇਂ ਕਰਨਾ। ਮਿੱਤਰ ਮਿਲਣ 'ਤੇ ਸੌਂ ਜਾਂਦੇ ਰੋਸੇ, ਵਿਅਰਥ ਹੋ ਜਾਂਦੇ ਸ਼ਿਕਵੇ, ਤੇ ਅਕਾਰਥ ਹੋ ਜਾਂਦਾ ਮਨ 'ਚ ਪਾਲੀਆਂ ਗਲਤ ਫਹਿਮੀਆਂ ਦਾ ਲੇਖਾ ਜੋਖਾ। ਬੋਲਾਂ 'ਤੇ ਉਕਰੀ ਚੁੱਪ ਬਹੁਤ ਕੁਝ ਅਣਕਿਹਾ ਜਾਂਦੀ, ਕਹਿ ਤੇ ਫਿਰ ਸਕੂਨ ਦੇ ਵਹਿਣਾਂ ਵਿੱਚ
ਜਾਂਦਾ ਏ ਮਨ ਵਹਿ। ਮਿੱਤਰ ਸਿਰਫ ਮਿੱਤਰ ਹੀ ਨਹੀਂ ਹੁੰਦੇ, ਉਹ ਤਾਂ ਤੁਹਾਡੇ ਸਭ ਤੋਂ ਵੱਡੇ ਆਲੋਚਕ, ਤੁਹਾਡੀਆਂ ਖੁਨਾਮੀਆਂ ਤੇ ਧਰੀ ਉਂਗਲ, ਤੁਹਾਡੀਆਂ ਕੁਤਾਹੀਆਂ ਦਾ ਹਿਸਾਬ ਕਿਤਾਬ, ਤੁਹਾਡੇ ਜੀਵਨ ਦੇ ਹਰ ਪਲ ਦੀ ਪਰਖ, ਤੁਹਾਡੇ ਕਰਮਾਂ ਤੇ ਕੁਕਰਮਾਂ ਦੀ ਪੜਚੋਲ, ਤੁਹਾਡੀਆਂ ਕਮਜ਼ੋਰੀਆਂ ਦੀ ਮਜ਼ਬੂਤੀ, ਤੁਹਾਡੀਆਂ ਘਾਟਾਂ ਦੀ ਪੂਰਤੀ, ਤੁਹਾਡੇ ਥਿੜਕਦੇ ਕਦਮਾਂ ਦੀ ਸਾਵੀਂ ਤੋਰ, ਤੁਹਾਡੀ ਪੈੜ ਦੀ ਲੋਰ ਤੇ ਤੁਹਾਡੀਆਂ ਪ੍ਰਾਪਤੀਆਂ ਦਾ ਵਿਸਮਾਦੀ ਸ਼ੋਰ। ਮਿੱਤਰਾਂ ਨੂੰ ਹੀ ਮਾਣ ਹੁੰਦਾ ਹੈ ਤੁਹਾਡੇ ਸਿਰ ਤੇ ਸਜਦੇ ਤਾਜ ਦਾ। ਮਿੱਤਰ ਹੀ ਰਾਗ ਬਣਦੇ ਨੇ ਮੋਹ ਦੇ ਸਾਜ ਦਾ, ਤੇ ਮਿੱਤਰਾਂ ਨੂੰ ਪਤਾ ਹੁੰਦਾ ਹੈ ਤੁਹਾਡੀ ਜ਼ਿੰਦਗੀ ਦੇ ਹਰ ਰਾਜ਼ ਦਾ। ਮਿੱਤਰਾਂ ਦੇ ਬੋਲਾਂ ਵਿੱਚੋਂ ਹੀ ਉਗਮਦੇ ਨੇ ਸ਼ੁਭ ਸ਼ਗਨਾਂ ਦੇ ਬੋਲ, ਉਹਨਾਂ ਦੀ ਸੰਗਤ ਵਿੱਚ ਹੀ ਮੌਲਦੀ ਏ ਸਾਹਾਂ ਦੀ ਸਰਗਮ, ਬੋਲਾਂ 'ਚ ਰਾਸ ਰਚਾਉਂਦੀ ਏ ਮਿੱਠੀ ਮਿੱਠੀ ਰਿਮ ਝਿਮ। ਮਿੱਤਰਾਂ ਦੀ ਰੰਗਤ 'ਚ ਰੰਗੇ ਜਾਣ ਤੇ ਕਈ ਵਾਰ ਸ਼ਖਸੀਅਤ ਵਿੱਚ ਨਿਖਾਰ, ਪਰ ਕਈ ਵਾਰ ਵਿਗਾੜ। ਕਈ ਵਾਰ ਤੁਹਾਡੇ ਮਸਤਕ ਦੇ ਨਾਵੇਂ ਸੂਹੀ ਸੁਪਨੇ, ਪਰ ਕਈ ਵਾਰ ਤੁਹਾਡੇ ਮਨ ਜੂਹੇ ਤੁਆਂਖੀ ਸੋਚ। ਕਈ ਵਾਰੇ ਦੂਰ ਦਿਸੇਂਦੇ ਦਿਸਹੱਦਿਆਂ ਤੇ ਪਹੁੰਚਣ ਦੀ ਤਮੰਨਾ, ਪਰ ਕਈ ਵਾਰ ਪਤਾਲ 'ਚ ਗਰਕ ਜਾਂਦੀ ਸੋਚ। ਕਦੇ ਬਿਨ ਪਰੋਂ ਪਰਵਾਜ਼ ਦਾ ਸਿਰਨਾਵਾਂ, ਅੰਬਰਾਂ ਤੇ ਲਿਖੇ ਜਾਣ ਦਾ ਹੀਆ, ਪਰ ਕਈ ਵਾਰ ਬੁਲੰਦੀਆਂ ਤੋਂ ਡਿੱਗਣ ਦਾ ਹੌਕਾ। ਕਦੇ ਕਦੇ ਅਮੁੱਲ ਪ੍ਰਾਪਤੀ ਦਾ ਅਹਿਸਾਸ, ਪਰ ਕਈ ਵਾਰ ਕੁਝ ਖੁੱਸਣ ਦਾ ਆਭਾਸ। ਕਈ ਵਾਰ ਤਿੱਖੜ ਦੁਪਹਿਰੀ ਕੱਕੀ ਰੇਤ ਤੇ ਤੁਰਨ ਦਾ ਕੋਸਾ ਆਲਮ, ਪਰ ਕਈ ਵਾਰ ਯੱਖ ਪਲਾਂ ਦੀ ਤਰਾਸਦੀ ਜਰਨ ਦਾ ਜੋਖਮ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਮਿੱਤਰ ਮੰਡਲੀ 'ਚ ਕੌਣ ਕੌਣ ਹੈ ਸ਼ਾਮਲ। ਮਿੱਤਰਾਂ ਨੂੰ ਚੁਣਨਾ ਇੱਕ ਕਠਿਨ ਕਾਰਜ, ਜੀਵਨੀ ਦਾ, ਤੇ ਇਸ ਦੇ ਨਾਵੇਂ ਤੁਹਾਡੀ ਸਮੁੱਚਤਾ ਦੀ ਰਾਂਗਲੀ ਪਾ। ਇੱਕ ਹੀ ਕਦਮ ਤੁਹਾਡੇ ਜੀਵਨ ਦੀ ਬਦਲਦੀ ਨੁਹਾਰ ਜਾਂ ਕਾਲਖੀ ਬਸਤੀ ਦਾ ਪਾਸਾਰ। ਮਾਸੂਮ ਦਿਨਾਂ 'ਚ ਸਾਂਝਾਂ ਜਦ ਮਿੱਤਰਤਾ 'ਚ ਤਬਦੀਲ ਹੁੰਦੀਆਂ, ਤਾਂ ਇਹਨਾਂ ਵਿਚਲਾ ਨਿੱਘ ਮੋਹ ਤੇ ਆਪਣੱਤ ਦਾ ਪੁਰਖਲੂਸੀ ਵਰਤਾਰਾ ਜੀਵਨ ਦੀ ਵਿਰਾਸਤ। ਤੁਹਾਡਾ ਸਰਮਾਇਆ ਤੇ ਸਦੀਵੀ ਸਰਮਾਏ ਤੋਂ ਹਰ ਪਲ ਕੁਝ ਨਾ ਕੁਝ ਹਾਸਲ ਕਰਦੇ ਰਹਿਣ ਦੀ ਸੰਵੇਦਨਾ। ਬਚਪਨ ਦੀ ਮਿੱਤਰਤਾ ਝੂਠ ਤੇ ਮੱਕਾਰੀ ਤੋਂ ਨਿਰਲੇਪ, ਇੱਕ ਕੋਰਾ ਕਾਗਜ਼, ਪਾਕ ਪਵਿੱਤਰ ਅੱਖਰੀ ਇਬਾਦਤ। ਇਸ ਦੇ ਹਰਫਾਂ 'ਚ ਜ਼ਿੰਦਗੀ ਦੇ ਸੁੱਚੇ ਤੇ ਉੱਚੇ ਅਰਥਾਂ ਦੀ ਇਨਾਇਤ। ਇਸ ਦੀ ਅਰਾਧਨਾ 'ਚੋਂ ਝਰਦਾ ਏ ਨੂਰ ਤੇ ਰੋਸ਼ਨ ਹੁੰਦੀਆਂ ਰਾਹਾਂ। ਮਿੱਤਰ ਮਰ ਜਾਂਦੇ ਨੇ, ਭੱਜ ਜਾਂਦੀਆਂ ਨੇ ਬਾਹਾਂ, ਤੇ ਸੁੰਨੀਆਂ ਹੋ ਜਾਂਦੀਆਂ ਨੇ ਮਿੱਤਰਾਂ ਦੇ ਪਿੰਡ ਨੂੰ ਜਾਂਦੀਆਂ ਰਾਹਾਂ। ਮਿੱਤਰਾਂ ਦੇ ਦਰਾਂ 'ਚ ਡੋਲੇ ਜਾਂਦੇ ਪਾਣੀ ਨੂੰ ਚੜ੍ਹ ਜਾਂਦਾ ਏ ਤਾਪ, ਤੇ ਮੁਹਾਠਾਂ ਤੇ ਚੋਏ ਜਾਣ ਵਾਲੇ ਤੇਲ ਨੂੰ ਮਿਲ ਜਾਂਦਾ ਏ ਸਰਾਪ। ਮਿੱਤਰ ਜਦ ਨਾਰਾਜ਼ ਹੋ ਜਾਏ ਤਾਂ ਮਨਾਂ 'ਚ ਭਰ ਜਾਂਦੀ ਨੇ ਇੱਕ ਸੱਖਣਤਾ, ਸੋਚ 'ਚ ਫੈਲ ਜਾਂਦਾ ਏ ਖਲਾ, ਤੁਹਾਡੇ ਕਦਮਾਂ ਵਿੱਚੋਂ ਕਫੂਰ ਹੋ ਜਾਂਦਾ ਏ ਚਾਹ। ਮਨ ਤੇ ਭਾਰ ਪਾਉਂਦਾ ਏ ਹਰ ਸਾਹ, ਤੇ ਮਰਨ ਰੁੱਤ ਦਾ ਦਰਦ ਹੰਢਾਉਣ ਲਈ ਮਜਬੂਰ ਹੋ ਜਾਂਦੀ ਏ ਸੰਦਲੀ ਫਿਜ਼ਾ। ਫਿਰ ਵੀ ਇਸ ਨਾਰਾਜ਼ਗੀ ਵਿੱਚ ਵੀ ਇੱਕ ਦਾਇਆ, ਇੱਕ ਮਾਣ, ਇੱਕ ਰੋਬ, ਜਿਸ ਵਿੱਚੋਂ ਆਉਂਦੀ ਏ ਆਪਣੇਪਨ ਨਾਲ ਲਬਰੇਜ਼ ਸੁਰ। ਮਿੱਤਰ ਸਿਰਫ ਗਿਣਵੇਂ ਚੁਣਵੇਂ ਹੁੰਦੇ, ਬਹੁਤ ਸਾਰੀਆਂ ਹੁੰਦੀਆਂ ਨੇ ਸਾਂਝਾਂ, ਬਹੁਤ ਜ਼ਿਆਦਾ ਹੋ ਸਕਦੀ ਏ ਜਾਣ ਪਛਾਣ। ਬਹੁਤ ਲੋਕਾਂ ਨੂੰ ਤੁਸੀਂ ਜਾਣਦੇ ਹੋ ਤੇ ਬਹੁਤ ਲੋਕਾਂ ਤੱਕ ਹੋ ਸਕਦੀ ਏ ਤੁਹਾਡੀ ਰਸਾਈ, ਪਰ ਹਰ ਸਾਂਝ ਤੇ ਜਾਣ ਪਛਾਣ ਮੁਫਾਦ ਦੀ ਉਪਜ, ਜਾਂ ਤੁਹਾਡੇ ਪ੍ਰਤੀ ਕਿਸੇ ਦੇ ਮਨ 'ਚ ਉਪਜੀ ਸ਼ਰਧਾ ਭਾਵਨਾ। ਮਿੱਤਰ ਦੇ ਅਰਥ ਬਹੁਤ ਡੂੰਘੇ ਤੇ ਬੜੀਆਂ ਮਹੀਨ ਨੇ। ਇਸ ਦੀਆਂ ਮਿਕਨਾਤੀਸੀ ਪਰਤਾਂ ਬਹੁਤ ਡੂੰਘੀਆਂ ਲੈ ਜਾਂਦੀਆਂ ਨੇ, ਇਸ ਦੀਆਂ ਰਮਜ਼ਾਂ, ਪਰ ਇਹਨਾਂ ਨੂੰ ਸਮਝਣ ਵਾਲੇ ਹੀ ਮਿੱਤਰਤਾ ਦੀ ਹਾਮੀ ਭਰਨ ਦੇ ਸਮਰੱਥ। ਬਹੁਤੇ ਲੋਕ ਤਾਂ ਮਿੱਤਰਤਾ ਦਾ ਦੰਭ ਕਰਦੇ ਤੇ ਇਸ 'ਚੋਂ ਨਿੱਕੇ ਨਿੱਕੇ ਲਾਭਾਂ ਦੀ ਚੂਲੀ ਭਰਦੇ। ਉਹਨਾਂ ਦੀ ਸੋਚ ਦਾ ਅਜਿਹਾ ਛੋਟਾਪਣ ਮਿੱਤਰਤਾ ਲਈ ਇੱਕ ਲਾਹਨਤ, ਇੱਕ ਨਹੋਰਾ, ਇੱਕ ਹੋਛਾਪਣ, ਤੇ ਇਸ 'ਚੋਂ ਹਰ ਪਲ ਵਹਿੰਦੀ ਕਮੀਨਗੀ। ਬਹੁਤ ਘੱਟ ਲੋਕ ਜੋ ਮਿੱਤਰਤਾ ਦੇ ਸੰਪੂਰਨ ਅਰਥਾਂ ਤੇ ਪੂਰਾ ਉਤਰਦੇ। ਉਹਨਾਂ ਦੀ ਕਰਨੀ ਤੇ ਕਹਿਣੀ 'ਚ ਇਕਸਾਰਤਾ, ਉਹਨਾਂ ਦੇ ਕਿਰਦਾਰ ਤੇ ਵਿਹਾਰ 'ਚ ਸਮਾਂਪਨ, ਉਹਨਾਂ ਦੀ ਜੀਵਨ ਸ਼ੈਲੀ ਤੇ ਜੀਵਨ ਪ੍ਰਤੀ ਸੋਚ ਵਿੱਚ ਇਕਸੁਰਤਾ। ਮਿੱਤਰਤਾ ਦੇ ਅਰਥਾਂ ਦੀ ਸੋਝੀ ਤੇ ਸੋਝ ਨੂੰ ਆਪਣੇ ਮੱਥਿਆਂ ਵਿੱਚ ਮਗਾਉਣ ਲਈ ਹਰਦਮ ਯਤਨਸ਼ੀਲ। ਉਹਨਾਂ ਦੀ ਕਰਮ ਯੋਗਤਾ 'ਚ ਮਨੁੱਖੀ ਸੰਵੇਦਨਾਵਾਂ ਦਾ ਪ੍ਰਵਾਹ, ਉਹਨਾਂ ਦੀ ਪੈੜ ਚਾਲ ਵਿੱਚ ਜੀਵਨ ਪੈਂਡਿਆਂ ਦੀ ਸੁਰਖ ਪਾ
ਤੇ ਇਸ ਦੇ ਨਾਵੇਂ ਹਰ ਸਾਹ ਨੂੰ ਸਮਰਪਿਤ ਕਰਨ ਦਾ ਸ਼ੁਦਾ। ਮਿੱਤਰ ਜਦ ਮਾਣ ਬਣਦੇ ਤਾਂ ਵਕਤ ਦਾ ਮਾਣ ਵੱਧਦਾ। ਮਨੁੱਖਤਾ ਦੀ ਅੱਖ ਵਿੱਚ ਉਤਰਦੀ ਲਿਸ਼ਕ ਤੇ ਸਮਾਜਿਕ ਢਾਂਚੇ ਦੀ ਰੂਹ ਨਾਲ ਰਚਾਉਂਦੀ ਇਹ ਸੰਵਾਦ। ਇਸ ਦੀ ਬਣਤਰ ਦੇ ਨਾਵੇਂ ਸਰੋਕਾਰਾਂ ਦਾ ਸੰਸਾਰ ਤੇ ਭਵਿੱਖ ਦੀ ਜੂਹੇ ਇੱਕ ਸੁਪਨ ਸੰਸਾਰ। ਮਿੱਤਰ ਦੀ ਅੱਖ 'ਚ ਜਦ ਮੈਲ ਉਤਰਦੀ ਤਾਂ ਤਹਿਜ਼ੀਬ ਦੇ ਵਰਕਿਆਂ 'ਚ ਸਿਵਾ ਉਗਦਾ। ਵਕਤ ਦੀ ਵੱਖੀ 'ਚ ਉੱਠਦੀ ਏ ਪੀੜ ਤੇ ਇਹ ਪੀੜਾ ਹੌਲੀ ਹੌਲੀ ਹਰ ਉਸ ਮਨੁੱਖ ਦੀ ਹਿੱਕ ਚੁੱਗ ਆਉਂਦੀ ਏ ਜਿਹਨੇ ਜਰਿਆ ਹੁੰਦਾ ਹੈ ਮਿੱਤਰਤਾ ਦੀ ਮਲੀਨਤਾ ਦਾ ਸੇਕ। ਮਿੱਤਰਾਂ ਦੀ ਮਕਾਣੇ ਜਾਣ ਵਾਲਿਆਂ ਦੇ ਨੈਣਾਂ ਵਿੱਚ ਉਤਰ ਆਉਂਦਾ ਏ ਖਾਰਾ ਸਮੁੰਦਰ। ਇਹਦੀਆਂ ਲਹਿਰਾਂ ਦੀ ਭੇਟਾ ਚੜ੍ਹ ਜਾਂਦਾ ਏ ਮਾਣੇ ਪਲਾਂ ਦਾ ਸਜੀਲਾ ਸੁਪਨਾ। ਆਪਣੇ ਹੱਥੀਂ ਦਫਨਾਏ ਸੁਪਨੇ ਦੀ ਹੂਕ ਤੁਹਾਡੇ ਬੋਲਾਂ 'ਚ ਜਜ਼ਬ ਹੋ ਜਾਂਦੀ ਏ। ਮਿੱਤਰਾਂ ਦੀ ਮੜੀ ਤੇ ਬਹਿ ਕੇ ਕੀਰਨੇ ਪਾਉਣਾ ਸਭ ਤੋਂ ਵੱਡਾ ਸਿਤਮ। ਇਹਨੂੰ ਜਰਨਾ ਮੌਤ ਸੰਗ ਖਹਿਣਾ। ਬੜਾ ਕੁਝ ਗੁਆਚ ਜਾਂਦਾ ਹੈ ਅਜਿਹੇ ਵਕਤਾਂ 'ਚ। ਮਿੱਤਰ ਦੇ ਵਿਯੋਗ 'ਚ ਊਣਾ ਹੋਇਆ ਮਨੁੱਖ ਊਣੀ ਜ਼ਿੰਦਗੀ ਦਾ ਸ਼ਿਲਾਲੇਖ। ਕਿੱਕਰ ਤੇ ਟੰਗੀ ਲੀਰ ਵਰਗੇ ਜੀਵਨ ਨੂੰ ਸਾਹਾਂ ਦੀ ਡੋਰ ਰੱਖਣਾ ਉਮਰ ਭਰ ਲਈ ਸ਼ਰਮਿੰਦਗੀ। ਮਿੱਤਰ ਕਦੇ ਵੈਣ ਨਾ ਬਣੇ ਤੇ ਨਾ ਹੀ ਕਦੇ ਲੇਰਾਂ ਦੇ ਘੁਸਮੁਸੇ 'ਚ ਮਿੱਤਰਤਾ ਦੀ ਗੁੰਮਸ਼ੁਦੀ ਦਾ ਕਹਿਰ ਹੰਢਾਉਣਾ ਪਏ। ਮੋਏ ਮਿੱਤਰਾਂ ਦਾ ਸਿਰਨਾਵਾ ਥਿਆਉਂਦਿਆਂ ਥਿਆਉਂਦਿਆਂ ਹੀ ਕਈ ਵਾਰ ਪੂਰੇ ਹੋ ਜਾਂਦੇ ਨੇ ਸਾਹ। ਇੱਕ ਆਖਰੀ ਨਜ਼ਰ ਲਈ ਤਰਸਦੇ ਨੈਣ ਖੁੱਲੀਆਂ ਅੱਖਾਂ ਨਾਲ ਹੀ ਆਖਰੀ ਅਲਵਿਦਾ ਕਹਿ ਜਾਂਦੇ ਨੇ ਤੇ ਫਿਰ ਕਿਸੇ ਹਮਦਰਦ ਨੂੰ ਸਦੀਵੀ ਜਿੰਦਹੀਨ ਖੁੱਲੇ ਦੀਦਿਆਂ ਨੂੰ ਬੰਦ ਕਰਨ ਲਈ ਕਰਨਾ ਪੈਂਦਾ ਏ ਉਚੇਚ। ਮਿੱਤਰਾਂ ਦੀ ਬੁੱਕਲ ਵਿੱਚ ਸੁਖਨ ਸੰਸਾਰ, ਮਹਿਕੀਲੇ ਸਾਹਾਂ ਦਾ ਸੰਚਾਰ, ਬੋਲਾਂ 'ਚ ਵਸਦੀ ਗੁਫਤਾਰ ਤੇ ਇਸ 'ਚੋਂ ਝਰ ਝਰ ਪੈਂਦੀ ਬਹਾਰ। ਪੱਤ ਝੜੀ ਪਲਾਂ ਵਿੱਚ ਨਿੱਕੇ ਨਿੱਕੇ ਪੁੰਗਾਰੇ ਵਰਗੇ ਮਿੱਤਰ ਤੁਹਾਡੇ ਬਿਰਖ ਦੀ ਨੰਗੀ ਸਾਖ ਦਾ ਸਾਂਵਲਾ ਕੱਜਣ, ਉਹਦੀ ਹਿੱਕ ਤੇ ਮੌਲਦੀਆਂ ਡੋਡੀਆਂ ਦੀ ਖਿੜਨ ਰੁੱਤ, ਤੁਹਾਡੇ ਫੁੱਲਾਂ ਨੂੰ ਫਲਾਂ ਦਾ ਵਰਦਾਨ ਤੇ ਤੁਹਾਡੇ ਬੋਲਾਂ 'ਚ ਗੂੰਜਦੀ ਆਜ਼ਾਨ, ਤੁਹਾਡੇ ਕਲਮ ਲਈ ਵਰਦਾਨ ਤੇ ਤੁਹਾਡੇ ਹਰਫਾਂ ਦੀ ਜਿੰਦ ਜਾਨ। ਮਿੱਤਰਤਾ ਦਾ ਹੁੰਗਾਰਾ ਤੁਹਾਡੇ ਸੁੱਕੇ ਸਰੋਤਾਂ ਦਾ ਪੁਨਰ ਜਨਮ, ਤੁਹਾਡੀ ਕਰਤਾਰੀ ਸ਼ਕਤੀ ਦੀ ਮੁੜ ਸੁਰਜੀਤੀ ਤੇ ਤੁਹਾਡੇ ਕੁਮਲਾਏ ਭਾਵਾਂ ਲਈ ਸੰਜੀਵਨੀ, ਤੁਹਾਡੇ ਬੇਆਬਾਦ ਚਮਨ 'ਚ ਤਿਤਲੀਆਂ ਦੀ ਪਰਵਾਜ਼ ਤੇ ਪਰਿੰਦਿਆਂ ਦਾ ਚਹਿਕਣਾ, ਫਿਜ਼ਾ ਦੇ ਪਿੰਡੇ ਮਹਿਕਾਂ ਦਾ ਲਿਬਾਸ। ਯੁੱਗਾਂ ਯੁਗਾਂਤਰਾਂ ਤੀਕ ਵਸਦੇ ਰਹਿਣ ਮਿੱਤਰ ਤੇ ਇਹਨਾਂ ਦੀ ਰਹਿਤਲ ਵਿੱਚੋਂ ਵਗਦਾ ਰਹੇ ਮਿੱਤਰਨਾਮਾ। ਸਦੀਵੀ ਪੈਦਾ ਹੁੰਦਾ ਰਹੇ ਮੋਹਨਾਮੇ ਦਾ ਰਾਗ ਤੇ ਮਸਤਕ ਬਨੇਰਿਆਂ ਤੇ ਜਗਦਾ ਰਹੇ ਚਿਰਾਗ। ਸਮਿਆਂ ਦੀ ਵਹੀ ਤੇ ਹੁੰਦੀ ਰਹੀ ਭਲੇ ਵਕਤਾਂ ਦੀ ਕਲਾ ਨਕਾਸ਼ੀ ਤੇ ਹਰ ਮੁਖੜੇ ਤੇ ਫੈਲਦੀ ਰਹੀ ਮਿੰਨੀ ਮਿੰਨੀ ਹਾਸੀ। ਵਸਦੇ ਰਹਿਣ ਮਿੱਤਰ ਤੇ ਮਿੱਤਰਾਂ ਦੇ ਵਿਹੜੇ, ਮਿੱਤਰਾਂ ਦੀ ਹਾਕ ਤੇ ਹੁੰਗਾਰੇ, ਉਹਨਾਂ ਦੀਆਂ ਚਿਰ ਸਦੀਵੀ ਮਿੱਠੀਆਂ ਯਾਦਾਂ ਦਾ ਵਾਢਾਕਾਰੀ ਹੋ ਰਿਹਾ ਕਾਫਲਾ। ਜਿਉਂਦੀ ਰਹੇ ਮਿੱਤਰਾਂ ਦੇ ਮਨਾਂ 'ਚ ਚਾਵਾਂ ਦੀ ਲਬਰੇਜ਼ਤਾ ਤੇ ਭਾਵਾਂ ਦੀ ਸੰਪੂਰਨਤਾ ਦਾ ਵਰਦਾਨ। ਸਦਾ ਵਸਦਾ ਰਹੇ ਮਿੱਤਰ ਥੀਂ ਜੀਂਦਾ ਥੀਂਦਾ ਜਹਾਨ। ਧੰਨਵਾਦ। ਅਗਲਾ ਲੇਖ ਹੈ ਗੱਲਾਂ ਜ਼ਿੰਦਗੀ ਸੰਗ ਸੰਵਾਦ। ਗੱਲਾਂ ਮਨ ਦੇ ਭਾਵ, ਅੰਤਰੀਵ ਨੂੰ ਜ਼ੁਬਾਨ, ਹਾਵ ਭਾਵਾਂ ਨੂੰ ਕਿਸੇ ਨਾਲ ਸਾਂਝਾ ਕਰਨ ਦੀ ਕਿਵਾਇਤ, ਸੋਚਾਂ ਦੀ ਤਸ਼ਬੀਹ, ਮਨੁੱਖੀ ਬੋਲਬਾਣੀ 'ਚ ਸਮੇਂ ਦਾ ਵਿਸਥਾਰ, ਚੌਗਿਰਦੇ 'ਚ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ, ਆਲੇ ਦੁਆਲੇ 'ਚ ਹੋ ਰਹੇ ਘਟਨਾਕ੍ਰਮ ਤੇ ਘੋਖਵੀਂ ਨਜ਼ਰ, ਮਾਨਸਿਕ ਉਡਾਨ ਦੇ ਪਰ ਤੇ ਆਪਣੇ ਹਿੱਸੇ ਦੇ ਅੰਬਰ ਦੀ ਤਫਤੀਸ਼ੀ ਉਡਾਨ। ਗੱਲਾਂ ਬਹੁਤ ਕੁਝ ਆਪਣੇ ਵਿੱਚ ਸਮੋਈ ਤੁਹਾਡੇ ਨਾਲ ਸੰਵਾਦ ਰਚਾਉਂਦੀਆਂ, ਕੁਝ ਗੱਲਾਂ ਬੇਥਵੀਆਂ ਤੇ ਕੁਝ ਦਾ ਤੁਹਾਡੇ ਜੀਵਨ ਨਾਲ ਨੇੜਲਾ ਸੰਬੰਧ, ਕੁਝ ਭਰਿਆ ਹੁੰਦਾ ਏ ਜੀਵਨ ਦਾ ਸੱਚ ਤੇ ਕੁਝ ਸਾਡੇ ਭਵਿੱਖ ਦਾ ਰਹੱਸ, ਕੁਝ ਨਿੱਜ ਨਾਲ ਜੁੜੀਆਂ, ਕੁਝ ਪਰਾਇਆਂ ਦੇ ਪੋਤੜੇ ਫਰੋਲਣ। ਗੱਲਾਂ ਕੁਝ ਮਿੱਠੀਆਂ, ਕੁਝ ਕੌੜੀਆਂ, ਕੁਝ ਬਹੀਆਂ, ਕੁਝ ਤਰੋ ਤਾਜ਼ੀਆਂ, ਕੁਝ ਬੀਤੇ ਦੀ ਫਰੋਲਾ ਫਰਾਲੀ, ਕੁਝ ਆਉਣ ਵਾਲੇ ਕੱਲ੍ਹ ਦੀ ਨਿਸ਼ਾਨਦੇਹੀ, ਕੁਝ ਲੰਘ ਰਹੇ ਸਮੇਂ ਦਾ ਦਸਤਾਵੇਜ਼, ਕੁਝ ਅਪੂਰਨ ਸੁਪਨਿਆਂ ਦਾ ਕਚਰਾ। ਗੱਲਾਂ ਪੀੜਤ ਪਲਾਂ 'ਚ ਢਾਰਸ, ਗਮਗੀਨ ਵਕਤ ਵਿੱਚ ਠਾਹਰ, ਬੋਝਲ ਸਮਿਆਂ 'ਚ ਰਾਹਤ, ਸਮੇਂ ਦੀ ਖੜੋਤ ਲਈ ਤੋਰ, ਰੁੱਸੀ ਹੋਈ ਰਾਤ ਲਈ ਸੁਖਣਾ ਤੇ ਗਹਿਰੇ ਦਿਨ ਲਈ ਚਾਨਣ ਦੀ ਕਾਤਰ ਬਣ ਜੀਵਨ ਦੇ ਅਰਥ ਬਦਲਣ ਦੇ ਸਮਰੱਥ। ਜੀਵਨ ਦੀ ਭੱਜ ਦੌੜ 'ਚ ਗਵਾਚ ਗਏ ਮਨੁੱਖ ਦੇ ਹਿੱਸੇ ਆਈਆਂ ਨੇ ਮਸਨੂਈਆਂ ਗੱਲਾਂ,
ਕਿਸੇ ਕੋਲ ਵਕਤ ਹੀ ਨਹੀਂ ਕਿਸੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ, ਤੇ ਨਾ ਹੀ ਕੋਈ ਕਿਸੇ ਨੂੰ ਪਰਤਾਂ ਵਿੱਚ ਲਪਟੇ ਦਿਲ ਦਰਵਾਜ਼ੇ ਤੇ ਦਸਤਕ ਦੇਣ ਦੀ ਆਰਜ਼ਾ ਕਰਦਾ ਹੈ। ਪਾਤਰ ਦੇ ਬੋਲਣ ਦਾ ਸੱਚ ਜੇਕਰ ਖੋਲ੍ਹ ਲੈਂਦੇ ਯਾਰਾਂ ਨਾਲ, ਤਾਂ ਖੋਲ੍ਹਣਾ ਨਾ ਪੈਂਦਾ ਔਜ਼ਾਰਾਂ ਨਾਲ। ਸਾਡੇ ਸਮਿਆਂ ਦਾ ਕਿੱਡਾ ਵੱਡਾ ਸੱਚ ਹੈ। ਬੀਤੇ ਸਮਿਆਂ 'ਚ ਸਾਡੇ ਬਜ਼ੁਰਗ ਸੱਥਾਂ 'ਚ ਗੁੜ ਕੱਢਦਿਆਂ, ਵਾਣ ਵੱਟਦਿਆਂ, ਛੱਲੀਆਂ ਕੱਢਦਿਆਂ ਜਾਂ ਖੂਹ 'ਤੇ ਠਹਾਕੇ ਲਗਾਉਂਦਿਆਂ ਆਪਣੇ ਮਨ ਦੀ ਭਾਫ ਕੱਢ ਲੈਂਦੇ ਸਨ, ਤੇ ਕਿਸੇ ਨੂੰ ਕਦੇ ਵੀ ਹਾਰਟ ਅਟੈਕ ਨਾਲ ਮਰਨਾ ਨਹੀਂ ਪਿਆ ਸੀ, ਤੇ ਨਾ ਹੀ ਕਿਸੇ ਨੂੰ ਗੰਭੀਰ ਰੋਗ ਲੱਗਦਾ ਸੀ, ਕਿਉਂਕਿ ਉਹ ਮਾਨਸਿਕ ਤੌਰ 'ਤੇ ਬਹੁਤ ਤੰਦਰੁਸਤ ਹੁੰਦੇ ਸਨ, ਤੇ ਮਾਨਸਿਕ ਤੌਰ 'ਤੇ ਸਿਹਤਮੰਦ ਵਿਅਕਤੀ ਬਹੁਤ ਘੱਟ ਬਿਮਾਰ ਹੋਇਆ ਕਰਦੇ ਨੇ। ਗੱਲਾਂ ਆਪਣੇ ਵਿੱਤ ਅਨੁਸਾਰ ਕੁਝ ਨਵਾਂ ਸਾਂਝਾ ਕਰਨ ਦੀ ਕਾਹਲ। ਦਾਰੂ ਦੇ ਚੱਲ ਰਹੇ ਦੌਰ 'ਚ ਹਰ ਕੋਈ ਸ਼ਰਾਬ ਦੀਆਂ ਕਿਸਮਾਂ ਤੇ ਇਸ ਦੀ ਡਿਗਰੀ ਦੱਸਣ ਲਈ ਕਾਹਲਾ। ਹਰ ਇੱਕ ਤਰਲੋ ਮੱਛੀ ਹੈ ਕਿ ਉਹ ਆਪਣੇ ਸ਼ਰਾਬ ਗਿਆਨ ਨੂੰ ਦੂਸਰਿਆਂ ਨਾਲ ਸਾਂਝਾ ਕਰੇ ਤੇ ਆਪਣੀ ਗਿਆਨ ਦਾ ਸਿੱਕਾ ਜਮਾਵੇ। ਘਰ ਦੀ ਕੱਢੂਈ ਦਾਰੂ ਤੋਂ ਲੈ ਕੇ ਹਰ ਬ੍ਰਾਂਡ ਤੇ ਵਿਦੇਸ਼ਾਂ ਵਿੱਚ ਬੇਸਮੈਂਟਾਂ 'ਚ ਕੱਢੀ ਜਾ ਰਹੀ ਦਾਰੂ ਦੇ ਚਰਚੇ, ਮੰਡ ਦੀ ਕੱਚੀ ਲਾਹਣ ਤੋਂ ਲੈ ਕੇ ਦੂਰੀ ਤੀਰੀ ਵਾਰ ਕੱਢ ਕੇ ਚੱਖੀ ਹੋਈ ਸ਼ਰਾਬ ਚਰਚਾ ਦਾ ਹਰ ਕੋਈ ਉਠਾ ਰਿਹਾ ਲੁਤਫ। ਗੱਲਾਂ ਦਾ ਰੰਗ ਸੱਜਣਾ ਦੀ ਰੰਗਤ 'ਤੇ ਨਿਰਭਰ। ਹਰ ਇੱਕ ਦਾ ਆਪਣਾ ਦੋਸਤੀ ਦਾਇਰਾ, ਹਰ ਦਾਇਰੇ ਦੀਆਂ ਆਪਣੀਆਂ ਗੱਲਾਂ, ਵਿਲੱਖਣ ਅਨੁਭਵ, ਆਪੋ ਆਪਣੇ ਅਹਿਸਾਸ। ਗੱਲਾਂ ਦਾ ਵਿਸ਼ਾ ਕਿੱਤੇ, ਅਨੁਭਵ, ਜੀਵਨ ਦੇ ਤਜਰਬੇ, ਵਿੱਦਿਆ, ਸ਼ੌਕ ਤੇ ਮਾਨਸਿਕ ਬਿਰਤੀ 'ਤੇ ਨਿਰਭਰ ਕਰਦੀਆਂ। ਜਦ ਇੱਕ ਹੀ ਸੋਚ ਦੇ ਵਿਅਕਤੀ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀਆਂ ਗੱਲਾਂ ਦਾ ਦਾਇਰਾ ਸਮਾਨ ਅੰਤਰ, ਭਿੰਨ ਸੋਚ ਸੁਆਦਾਂ ਵਾਲੇ ਲੋਕਾਂ 'ਚ ਗੁੰਮ ਹੁੰਦੀ ਗੱਲਾਂ ਦੀ ਇੱਕ ਸੁਰਤਾ ਤੇ ਇੱਕ ਸਾਰਤਾ। ਕੁਝ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੁਝ ਲੰਮੇਰੀਆਂ ਗੱਲਾਂ ਬਹੁਤ ਬਾਰੀਕ ਬੀਨੀ ਨਾਲ ਬਿਆਨਦੇ ਨੇ ਲੋਕ ਆਪਣੇ ਤਜਰਬਿਆਂ, ਪ੍ਰਾਪਤੀਆਂ ਤੇ ਕਾਮਯਾਬੀਆਂ ਨੂੰ, ਪਰ ਲੋਕ ਆਪਣੀਆਂ ਅਸਫਲਤਾਵਾਂ, ਕਮਜ਼ੋਰੀਆਂ ਤੇ ਕਮੀਨਗੀਆਂ ਨੂੰ ਗੱਲਾਂ 'ਚ ਲੁਕਾਉਂਦੇ। ਸਾਰਥਕ ਗੱਲਾਂ ਸਮੇਂ ਦਾ ਮੁਹਾਂਦਰਾ ਨਿਖਾਰਨ ਦੇ ਸਮਰੱਥ। ਉਹਨਾਂ ਵਿੱਚ ਸਮਾਜ ਲਈ ਸੇਧ ਤੇ ਉਹਨਾਂ ਦੀ ਕਰਮ ਭੂਮੀ ਆਮ ਲੋਕ। ਗੱਲਾਂ ਸਾਡੀ ਰੋਜ਼ਮर्रा ਜੀਵਨ ਦਾ ਵਿਵਰਣ, ਸਾਡੀਆਂ ਪ੍ਰਾਥਮਿਕਤਾਵਾਂ ਦੀ ਅਹਿਮੀਅਤ, ਸੁਚੱਜੇ ਲੋਕ ਹੀ ਲੋਕਾਂ ਦੇ ਦਰਦਮੰਦ ਤੇ ਉਹਨਾਂ ਦੀ ਬੋਲਚਾਲ ਹੁੰਦੀ ਏ ਬੇਜ਼ੁਬਾਨੀ ਲੋਕਾਂ ਦੀ ਆਵਾਜ਼। ਵਪਾਰੀ ਲੋਕਾਂ ਦੀਆਂ ਗੱਲਾਂ ਬਾਤਾਂ ਦਾ ਵਿਸ਼ਾ ਹੁੰਦਾ ਘਰਾਂ ਤੇ ਪਲਾਟਾਂ ਦੀਆਂ ਕੀਮਤਾਂ 'ਚ ਵਾਧਾ, ਜਾਇਦਾਦ ਦੀ ਖਰੀਦੋ ਫਰੋਖਤ 'ਚ ਹੋਣ ਵਾਲੀ ਕਮਾਈ ਤੇ ਇਸ ਕਮਾਈ ਨਾਲ ਐਸ਼ ਕਰਨ ਦੇ ਸਾਧਨ, ਤੇ ਸਮਾਂ ਪੈਸੇ ਦੀ ਦੌੜ ਵਿੱਚ ਦੂਸਰਿਆਂ ਤੋਂ ਅੱਗੇ ਵਧਣ ਦੀ ਲਾਲਸਾ ਤੇ ਉਹਨਾਂ ਦੀਆਂ ਬੇਕਾਬੂ ਤਮੰਨਾਵਾਂ ਦਾ ਝਲਕਾਰਾ। ਜ਼ਰਾ ਸੋਚਣਾ, ਜ਼ਿੰਦਗੀ ਦਾ ਬੇਲਗਾਮ ਤੇ ਅਥਰਾ ਘੋੜਾ ਯਕੀਨਨ ਹੀ ਮਨੁੱਖ ਨੂੰ ਕਿਸੇ ਡੂੰਘੇ ਟੋਏ ਸੁੱਟੇਗਾ। ਵਿਦੇਸ਼ਾਂ 'ਚ ਹਰ ਵਿਅਕਤੀ ਦੀ ਗੱਲਬਾਤ 'ਚ ਭਾਰੂ ਹੁੰਦਾ ਏ ਵੀਕਾਂ ਬਣਾਉਣ ਤੇ ਬਣਨ ਦੀ ਦੌੜ, ਕੰਮ ਦੇ ਖੁੰਝਣ ਦਾ ਹੇਰਵਾ, ਘਰੋਗੀ ਆਰਥਿਕਤਾ ਦੇ ਡੋਲਣ ਦੀ ਚਿੰਤਾ, ਤੇ ਇਸੇ ਫਿਕਰ ਵਿੱਚ ਹੀ ਉਹ ਧੂਣੀ ਬਣ ਕੇ ਆਪਣੇ ਆਪ ਨੂੰ ਧੁਖਾਉਣ ਦੇ ਆਹਰ 'ਚ ਬਲਦੇ ਸਿਵੇ ਦਾ ਸੇਕ ਬਣ ਜਾਂਦੇ ਨੇ। ਉਹਨਾਂ ਦੀ ਬੋਲਚਾਲ ਵਿੱਚ ਉਹ ਮਨਫੀ ਹੁੰਦੀ ਏ ਜ਼ਿੰਦਗੀ, ਇਹਦੇ ਸਰੋਕਾਰ, ਜੀਵਨ ਦੀਆਂ ਨਰੂਈਆਂ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ, ਸੁੱਚੀਆਂ ਸੋਚਾਂ ਦਾ ਸੰਕਲਪ ਜਾਂ ਘਰ ਸਿਰਜਣ ਦੀ ਕਵਾਇਦ। ਜਦ ਕੋਈ ਅਹਿਸਾਸ ਤੁਹਾਡੇ ਅੰਦਰੋਂ ਮਰ ਜਾਂਦਾ ਏ ਤਾਂ ਉਹ ਤੁਹਾਡੀ ਬੋਲਚਾਲ ਵਿੱਚੋਂ ਵੀ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਫਿਰ ਤੁਹਾਡੇ ਸ਼ਬਦਾਂ 'ਚ ਘਰ ਘਰ ਜਾਂਦੇ ਨੇ ਅਮਾਨਵੀ ਵਰਤਾਰੇ ਰੂਪੀ ਭਖੜੇ ਦੇ ਕੰਡੇ। ਗੱਲਾਂ ਵਿੱਚੋਂ ਹੀ ਆਪਣਾ ਉੱਲੂ ਸਿੱਧਾ ਕਰਨ ਵਾਲੇ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾਉਣ ਵਾਲੇ ਗਲੱਦੜ ਅਖਵਾਉਂਦੇ, ਗੱਲਾਂ ਨਾਲ ਠੱਗੀਆਂ ਮਾਰਨ ਵਾਲੇ, ਹੇਰਾ ਫੇਰੀਆਂ ਕਰਨ ਵਾਲੇ, ਭੋਲੇ ਭਾਲੇ ਲੋਕਾਂ ਨੂੰ ਪੁਚਲਾਉਣ ਵਾਲੇ ਤੇ ਨਿਰਛਲ ਮਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਲੇ ਲੋਕ ਚੁਸਤ ਤੇ ਵਲੇਵੇਂਦਾਰ ਬੋਲਚਾਲ ਦੇ ਮਾਲਕ। ਉਹ ਹਰ ਇੱਕ ਦੇ ਮਨ 'ਚ ਆਪਣੇ ਆਪ ਦਾ ਛਲਾਵਾ ਪੈਦਾ ਕਰਦੇ ਤੇ ਉਹਨਾਂ ਨੂੰ ਅਜਿਹੀ ਹਨੇਰੀ ਗੁਫਾ 'ਚ ਧਕੇਲ ਦਿੰਦੇ ਕਿ ਜਿੱਥੇ ਚਾਨਣ ਦੀ ਕਾਤਰ ਭਾਲਣ ਲਈ ਕਈ ਵਾਰ ਜ਼ਿੰਦਗੀ ਨੂੰ ਵੀ ਦਾਅ 'ਤੇ ਲਾਉਣਾ ਪੈਂਦਾ। ਬਚਣਾ ਚਾਹੀਦਾ ਅਜਿਹੇ ਫਰੇਬੀ ਗੱਲਕਾਰਾਂ ਕੋਲੋਂ। ਤੁਹਾਡੇ ਅੰਦਰੋਂ ਉਹੀ ਕੁਝ ਉਗਲਦਾ ਹੈ ਜੋ ਤੁਹਾਡੇ ਅੰਦਰ ਹੁੰਦਾ ਹੈ। ਤੁਸੀਂ ਆਪਣੀ ਆਤਮਕ ਜ਼ਰਖੇਜ਼ਤਾ ਲਈ ਕੀ ਕਰ ਰਹੇ ਹੋ, ਇਹਨੂੰ ਕਿਵੇਂ ਉਪਜਾਊ ਬਣਾ ਰਹੇ ਹੋ, ਆਦਿ ਨੇ ਹੀ ਨਿਰਧਾਰਤ ਕਰਨਾ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸੋਚ ਤੇ ਕਾਰਜ ਵਿਧੀ ਦੇ ਸਮਰੱਥ ਹੋ। ਖੋਖਲੇ ਲੋਕਾਂ ਕੋਲ ਕਿਸੇ ਉਸਾਰੂ ਵਿਚਾਰ ਜਾਂ ਕਿਰਦਾਰ ਦੀ ਆਸ ਰੱਖਣੀ ਬੇਲੋੜਾ ਹੁੰਦੀ ਹੈ। ਜਦ ਤੁਸੀਂ ਆਪਣੇ ਵਰਗੇ ਲੋਕਾਂ ਦੀ ਸੰਗਤ ਮਾਣਦੇ ਹੋ ਤਾਂ ਤੁਹਾਨੂੰ ਰਸ਼ਕ ਹੁੰਦਾ ਹੈ ਉਹਨਾਂ ਪਲਾਂ ਤੇ
ਜਿਹੜੇ ਤੁਸੀਂ ਹਮ ਸੋਚ ਦੇ ਹਮ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਹੁੰਦੇ ਨੇ। ਸੰਵੇਦਨਸ਼ੀਲ ਲੋਕਾਂ ਦੀ ਸੰਗਤ ਵਿੱਚ ਨਰੋਏ ਵਿਚਾਰਾਂ ਦਾ ਆਦਾਨ ਪ੍ਰਦਾਨ, ਮਾਨਵੀ ਸੋਚ ਦਾ ਉਜਾਲਾ, ਸਮਾਜਿਕ, ਸੰਸਾਰਕ, ਪਰਿਵਾਰਕ ਤੇ ਵਿਹਾਰਕ ਮਸਲਿਆਂ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਤੇ ਉਹਨਾਂ ਦੇ ਦੂਰ ਰਸ ਚੰਗੇਰੇ ਸਿੱਟਿਆਂ ਦੀ ਤਵੱਕੋਂ, ਜੀਵਨ ਚਿਰਾਗ 'ਚ ਘਿਓ ਪਾਉਣ ਤੇ ਉਮਰਾਂ ਜਿਹੀ ਲੰਮੇਰੀ ਬੱਤੀ ਪਾਉਣ ਦਾ ਇਤਫਾਕ ਬਖਸ਼ਦੀ ਹੈ। ਪੜਾਕੂਆਂ ਦੀ ਗੱਲ 'ਚ ਪੜ੍ਹਾਈ, ਸੰਭਾਵੀ ਪ੍ਰਸ਼ਨ, ਸੰਭਾਵਤ ਉੱਤਰ, ਪ੍ਰਸ਼ਨਾਂ ਨੂੰ ਸਮਝਣ ਤੇ ਉਹਨਾਂ ਨੂੰ ਸਫ਼ਿਆਂ ਤੇ ਉਤਾਰਨ ਦੇ ਢੰਗ ਤਰੀਕਿਆਂ ਦਾ ਖੁਲਾਸਾ, ਜਦਕਿ ਨਕਲ ਮਾਰਨ ਵਾਲਿਆਂ 'ਚ ਨਕਲ ਲਈ ਅਪਣਾਏ ਜਾ ਰਹੇ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਭਾਰੂ ਹੁੰਦੀ ਹੈ। ਕੁਝ ਲੋਕ ਗੱਲ ਲੜੀ ਹੁੰਦੇ, ਉਹਨਾਂ ਲਈ ਕੋਈ ਗੱਲ ਪਹੁੰਚਾਉਣਾ ਅਸੰਭਵ। ਕਿਸੇ ਗੱਲ ਦੀ ਚਰਚਾ ਜਾਂ ਭੰਡੀ ਕਰਵਾਉਣੀ ਹੋਵੇ ਤਾਂ ਉਹਨਾਂ ਦੇ ਕੰਨ 'ਚ ਗੱਲ ਪਾ ਦਿਓ, ਫਿਰ ਮਸ਼ਹੂਰੀ ਲਈ ਤੁਹਾਨੂੰ ਕਿਸੇ ਉਚੇਚ ਕਰਨ ਦੀ ਲੋੜ ਨਹੀਂ ਪਏਗੀ। ਤੁਹਾਡੀਆਂ ਕਈ ਪੀੜ੍ਹੀਆਂ ਦਾ ਕੱਚਾ ਚਿੱਠਾ ਫਰੋਲਣ 'ਚ ਕੁਝ ਲੋਕ ਬਹੁਤ ਮਾਹਰ ਹੁੰਦੇ ਤੇ ਲੋਕਾਂ ਨੂੰ ਅਜਿਹੇ ਭੇਤ ਦੱਸਦੇ ਜਿਨ੍ਹਾਂ ਦਾ ਤੁਹਾਨੂੰ ਖਿਆਬੋ ਖਿਆਲ ਵੀ ਨਹੀਂ ਹੁੰਦਾ। ਅਜਿਹੇ ਲੋਕਾਂ ਤੋਂ ਜੇ ਬਚ ਕੇ ਰਿਹਾ ਜਾਏ ਤਾਂ ਹੀ ਬਿਹਤਰ ਹੋਏਗਾ। ਗੱਲਾਂ ਗੱਲਾਂ ਵਿੱਚ ਹੀ ਕਿਸੇ ਦੇ ਢਿੱਡ 'ਚੋਂ ਗੱਲ ਕੱਢਣਾ, ਗੁੱਝੇ ਭੇਦ ਦੀ ਤਹਿ ਤੱਕ ਜਾਣਾ ਜਾਂ ਤੁਹਾਨੂੰ ਗੁੱਝੀ ਚੋਟ ਲਾਉਂਦਿਆਂ ਬਰਫ਼ 'ਚ ਲਾਉਣਾ ਕੁਝ ਕੁ ਲੋਕਾਂ ਦੀ ਮੁਹਾਰਤ ਹੁੰਦੀ। ਉਹ ਤੁਹਾਨੂੰ ਅਜਿਹੇ ਉਲਝਾਉਂਦੇ ਕਿ ਤੁਸੀਂ ਉਹਨਾਂ ਦੇ ਸ਼ਬਦ ਜਾਲ 'ਚ ਫਸੇ ਉਹਨਾਂ ਦੇ ਹੱਥਾਂ ਦਾ ਖਿਡੌਣਾ ਬਣ ਜਾਂਦੇ। ਅਜਿਹੇ ਲੋਕ ਕਈ ਪੁਆੜਿਆਂ ਦੀ ਜੜ, ਕਈ ਘਰਾਂ ਦੀ ਤਬਾਹੀ, ਕਈ ਪਰਿਵਾਰਾਂ ਦੇ ਨਿਘਾਰ ਦਾ ਕਾਰਨ ਤੇ ਕਈ ਕੱਦਾਵਰ ਸ਼ਖਸੀਅਤਾਂ ਨੂੰ ਲੱਖ ਤੋਂ ਕੱਖ ਕਰ ਆਪਣੀ ਕਾਲੀ ਕਰਤੂਤ ਦੇ ਮਾਣ ਕਰਨ ਦਾ ਭਰਮ ਪਾਲਦੇ। ਅਜਿਹੇ ਲੋਕਾਂ ਨੂੰ ਕੁਦਰਤ ਕਦੇ ਵੀ ਮਾਫ਼ ਨਹੀਂ ਕਰਦੀ ਤੇ ਉਹ ਆਪਣੀਆਂ ਕਰਤੂਤਾਂ ਕਾਰਨ ਹੀ ਸਮਾਜ ਦਾ ਮਖੌਲ ਬਣ ਜਾਂਦੇ ਨੇ। ਬਜ਼ੁਰਗਾਂ ਦੀ ਮਹਿਫਿਲ 'ਚ ਬਹਿਣ ਵਾਲੇ ਬੱਚੇ ਜੀਵਨ ਦੀਆਂ ਕਦਰਾਂ ਕੀਮਤਾਂ ਦੇ ਸਿਰਜਕ ਤੇ ਰਾਖੇ, ਪਰਿਵਾਰ ਦੀ ਸੁਚੱਜੀ ਮੋਹੜੀ, ਬਨੇਰੇ ਤੋਂ ਜਗਦਾ ਚਿਰਾਗ, ਮਾਪਿਆਂ ਦੇ ਮੱਥੇ ਦੀ ਤਕਦੀਰ, ਸਮਾਜ ਦਾ ਖੁਸ਼ਨੁਮਾ ਮੁਹਾਂਦਰਾ ਤੇ ਘਰ ਦੀ ਸਦੀਵੀ ਹੋਂਦ ਦੇ ਨਕਸ਼। ਸੁਚੱਜੀਆਂ ਗੱਲਾਂ ਜੀਵਨ ਫੁਲਕਾਰੀ ਦੇ ਸੂਹੇ ਰੰਗ, ਰੰਗਲੇ ਫੁੱਲਾਂ ਦੀ ਸ਼ਿਲਪਕਾਰੀ, ਸੁੱਚੇ ਧਾਗੇ ਦੀ ਕਢਾਈ ਤੇ ਮਹੀਨ ਕਲਾਕਾਰੀ ਦਾ ਜਲੌ, ਜਿਸ ਚੁੱਗੜ ਦੇ ਪਵਿੱਤਰ ਕਾਰਜ ਸੰਪੂਰਨ ਹੁੰਦੇ ਸੰਦਲੀ ਸੁਪਨੇ ਤੇ ਸਰ ਹੁੰਦੀਆਂ ਅਦਿੱਖ ਮੰਜ਼ਿਲਾਂ। ਮਹਾਨ ਵਿਅਕਤੀਆਂ, ਧਾਰਮਿਕ ਰਹਿਬਰਾਂ, ਸਿਰਕੱਢ ਸ਼ਖਸੀਅਤਾਂ ਦੀ ਸੰਗਤ ਵਿੱਚੋਂ ਮਾਣਕ ਮੋਤੀਆਂ ਦੀਆਂ ਝੋਲੀਆਂ ਭਰਨ ਵਾਲੇ ਲੋਕ ਬਹੁਤ ਭਾਗਸ਼ਾਲੀ, ਕਰਮ ਰੁਖਾਵਾਂ ਦੀ ਚੰਗੀ ਕਿਸਮਤ, ਕਦਮ ਚੁੰਮਣ ਵਾਲੀਆਂ ਪੈੜਾਂ ਦਾ ਸ਼ਰਫ ਤੇ ਨਰੋਈ ਸੋਚ ਦਾ ਹਾਸਲ। ਅਜਿਹੇ ਲੋਕਾਂ ਦੀ ਮਹਾਨ ਵਿਅਕਤੀਆਂ ਨੂੰ ਆਪਣੇ ਰੋਲ ਮਾਡਲ ਮਿੱਥ ਕੇ ਨਵੀਨਤਮ ਪ੍ਰਾਪਤੀਆਂ ਦਾ ਸਿਰਲੇਖ ਬਣਦੇ ਨੇ। ਦਿਲਚਸਪ ਗੱਲਾਂ ਗੱਲ ਰਸ ਨਾਲ ਭਰਪੂਰ ਹੁੰਦੀਆਂ। ਬਹੁਤੀ ਵਾਰ ਦਿਲਚਸਪੀ ਦੇ ਨਾਲ ਇੱਕ ਸੁਨੇਹਾ ਵੀ ਹੁੰਦਾ। ਬਹੁਤੇ ਸੰਤ, ਫਕੀਰ, ਵਕਤਾ ਤੇ ਮਹਾਨ ਵਿਅਕਤੀਆਂ ਦਾ ਇਹ ਮੀਰੀ ਗੁਣ ਹੁੰਦਾ ਹੈ ਕਿ ਉਹਨਾਂ ਦੀ ਵਾਰਤਾਲਾਪ ਵਿੱਚ ਜੀਵਨ ਨਾਲ ਜੁੜੀਆਂ ਘਟਨਾਵਾਂ ਤੇ ਕਾਰਜਾਂ ਦੇ ਵਰਣਨ 'ਚ ਬਹੁਤ ਰਸ ਹੁੰਦਾ ਹੈ। ਅਸੀਂ ਉਹਨਾਂ ਦੀਆਂ ਗੱਲਾਂ ਮੰਤਰ ਮੁਗਧ ਹੋ ਕੇ ਸੁਣਦੇ ਹਾਂ ਤੇ ਅਜਿਹੀਆਂ ਗੱਲਾਂ ਸਾਡੇ ਜੀਵਨ ਤੇ ਬਹੁਤ ਅਸਰ ਅੰਦਾਜ਼ ਹੁੰਦੀਆਂ ਨੇ ਤੇ ਅਜਿਹੇ ਵਿਅਕਤੀਆਂ ਦੀ ਸੰਗਤ ਮਾਨਣ ਨੂੰ ਬਹੁਤ ਜੀਅ ਕਰਦਾ ਹੈ। ਗੱਲਾਂ ਸਿਰਫ ਗੱਲਾਂ ਹੀ ਨਹੀਂ ਹੁੰਦੀਆਂ, ਗੱਲਾਂ ਜੀਵਨ ਦਾ ਨਿਚੋੜ, ਜਿਨ੍ਹਾਂ ਦਾ ਸੱਚ ਸਾਡੇ ਹੱਡੀ ਹੰਢਾਇਆ ਗਾਥਾਵਾਂ ਦਾ ਹਰਫ ਬਾ ਹਰਫ ਵਰਣਨ, ਵਕਤ ਦੀ ਤਫਸੀਲ, ਜਿਉਂਦਾ ਜਾਗਦਾ ਇਤਿਹਾਸ, ਸੰਵਾਦ ਰਚਾਉਂਦੇ ਬੋਲ ਆਪਣੇ ਨਾਲ ਜੋੜਦੇ ਸਾਨੂੰ ਗਿਆਨ ਅਮੀਰੀ ਬਖਸ਼ਦੇ। ਗੱਲਾਂ ਗਿਆਨ ਦਾ ਭਰ ਵਗਦਾ ਦਰਿਆ। ਤੁਸੀਂ ਬੁੱਕਾਂ ਭਰ ਕੇ ਪੀਓ, ਇਹ ਕਦੇ ਨਹੀਂ ਮੁੱਕਦੀਆਂ। ਕਦੇ ਬੱਚਿਆਂ ਨਾਲ ਖੂਹਾਂ, ਖੇਤਾਂ, ਸੁਹਾਗਿਆਂ, ਗੱਡਿਆਂ, ਬਲਦਾਂ, ਫਲਿਆਂ, ਖਲਵਾੜ, ਵੇਲਣੇ, ਹਲਾਂ, ਸੱਥਾਂ, ਸਰਗੀ ਆਦਿ ਦੀਆਂ ਗੱਲਾਂ 'ਚੋਂ ਬੈਠੋ। ਉਹ ਹੈਰਾਨ ਹੁੰਦੇ ਨੇ ਤੇ ਤੁਹਾਡੇ ਕੋਲ ਉਚੇਚ ਨਾਲ ਬੀਤੇ ਯੁੱਗ ਦੀ ਤਹਿਜ਼ੀਬ ਬੜੇ ਗੌਰ ਨਾਲ ਜਾਣਨਾ ਚਾਹੁੰਦੇ ਨੇ। ਉਹਨਾਂ ਦੀ ਬੋਲਚਾਲ 'ਚ ਗੁੰਮੀ ਸ਼ਬਦਾਵਲੀ ਪਰਤ ਆਉਂਦੀ ਏ। ਆਪਣੇ ਦਾਦੇ ਦਾਦੀਆਂ, ਨਾਨੇ ਨਾਨੀਆਂ ਕੋਲ ਰਹਿਣ ਵਾਲੇ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਆਮ ਬੱਚਿਆਂ ਦੀ ਬਜਾਏ ਬਿਹਤਰ ਹੁੰਦਾ ਹੈ, ਕਿਉਂਕਿ ਬਜ਼ੁਰਗ ਉਹਨਾਂ ਨੂੰ ਮਾਨਵੀ ਰਹਿਤਲ ਨਾਲ ਜੋੜੀ ਰੱਖਦੇ ਨੇ ਤੇ ਉਹਨਾਂ 'ਚ ਸਮਾਜਿਕ ਸੰਸਕਾਰ ਜਿਉਂਦੇ ਰਹਿੰਦੇ ਨੇ। ਗੱਲਾਂ ਜਾਣਕਾਰੀ ਸਾਂਝੀ ਕਰਨ ਦਾ ਵਸੀਲਾ, ਅਗਲੀ ਪੀੜ੍ਹੀ ਲਈ ਪਰਿਵਾਰਕ ਭੇਤਾਂ ਦੀ ਜਾਣਕਾਰੀ, ਸਮਾਜਿਕ ਸਰੋਕਾਰਾਂ ਦਾ ਸਮੁੱਚਾ ਗਿਆਨ ਤੇ ਮੌਖਿਕ ਇਤਿਹਾਸ ਦਾ ਵਾਹਕ। ਕਬੀਲਾ ਯੁੱਗ 'ਚ ਸਾਡੇ ਪੁਰਖੇ ਇਤਿਹਾਸ ਨੂੰ ਗੱਲਾਂ ਰਾਹੀਂ ਹੀ ਅਗਲੀ ਪੀੜ੍ਹੀ ਦੇ ਹਵਾਲੇ ਕਰਦੇ ਸਨ। ਚੱਲਦਾ ਰਹੇ ਯੁੱਗ ਜੀਣੀਆਂ ਗੱਲਾਂ ਦਾ ਪ੍ਰਵਾਹ, ਇਹਨਾਂ ਵਿੱਚ ਸਮੋਇਆ ਰਹੇ ਗਿਆਨ ਭੰਡਾਰ, ਚਿਰੰਜੀਵ ਰਹੇ ਦਿਲਚਸਪੀ, ਜਿਉਂਦੇ ਰਹਿਣ
ਗੱਲਾਂ ਸੁਣਨ ਵਾਲੇ ਤੇ ਸੁਣਾਉਣ ਵਾਲੇ। ਜਾਰੀ ਰਹੇ ਗੱਲਾਂ ਗੱਲਾਂ 'ਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਮੂੰਹ ਬੋਲੜਾ ਇਤਿਹਾਸ। ਧੰਨਵਾਦ।